गरीब निवाज जिन्ना न विसरै नाम से कनेख्या भेद न जानो मूल साईं जेख्या अगम अगोचर सच साखिब मेरा साखिब मेरा नानक बोले बोलाया तेरा बोलाया बोली तेरा तू साखिब गुणी गखेरा जप नानक नाम सच साखी अपने दास की पैज राखी मुजस्मा ए आबे खयात समुची मानवता दे सांझे रहबर शब्द गुरु जगत गुरु मिठ बोलड़े पातशाह समुची मानवता दे सांझे गुरु दीन दुनी दे सहायक सतगुरु गुरुदेव पातशाह धन 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 आदि श्री गुरु ग्रंथ साहिब पातशाह जी दी मुबारक पावन पवित्र चरण छो अंदर गुरुदेव सतगुरु जी दी मुबारक वारगाह अंदर सुभाएमान शोभनीक बड़े अदब सत्कार सहित सतगुरु पातशाह जी दे पावन दरबार विच जुड़ बैठे सतगुरु जी दा खास स्वरूप गुरु रूप गुरमुख प्यारे समूह माई भाई सतसंगी जनों आप सारे ही वडभागी जन को जिन्हां नूं गुरु पातशाह जी दी कृपा गुरु पिता जी दे तर सदका महापुरुषों के इस पावन अस्थान खालसा प्रचार गुरुद्वारा इसराणा साहिब विखे जो हर साल के अंदर वड्डे महापुरुषों की प्रेरणा सदका चार वड्डे पद्धर ते गुरमत समागम करवाए जाते हैं। तिस लड़ी के अधीन जो इस 17 खाड़ का दीवान महापुरुषों के चक्रवर्ती दिवस नूं समर्पित है। सो आओ गुरसिख माई भाई सतसंगी प्यारिओ आप बड़ी ही श्रद्धा भावना नाल हाजरी भर रेखो। आओ हुक्म होया आप जी दे नाल कुछ समा गुरमत विचारां दी सांझ पाई जाए। सो आओ सतगुरु पातशाह जी दे चरनां विच अरदास बेनती जोदड़ी करिए। गुरुदेव पिता आप कृपा करके आप बख्शिश करके अपनी सेवा आप कराउण। आप ही गुरुदेव पिता विच वरत जान। आप गुरुदेव सतगुरु मन की एकाग्रता बख्शिश करके अपने पावन प्यार दे विच सतगुरु पातशाह जी सेवा लैन। आओ गुरमुख प्यारिओ सारे प्यार विच आओ। दासरे दी झोली विच खैर पा दिओ आसीस बख्श दिओ। रब्बी प्यार विच भिज के बड़े अदब सत्कार सहित आखना करो जी वाहे गुरु जी का खालसा वाहे गुरु जी की फतेह। एक गुरमुख विद्वान का कथन है भाई इस कायनात दे अंदर 3 शख्सियतां ऐसियां ने जिन्हां दी व्याख्या नहीं हो सकती। या इस तरह बेनती करा तिन्हां दी कोई अपने अकल दे अनुसार बुद्धि दे अनुसार कोई कवे कि मैं कथा संपूर्ण कर लवांगा वो विद्वान कहंदा नहीं। इस गल दे उत्ते धन गुरु ग्रंथ साहिब पातशाह पिता भी मोहर लाउंदे ने भाई ये 3 महान शख्सियतां ने। एक है अकाल पुरख वाहिगुरु गुरु एक ओंकार आप मालक
ਸਾਰੀ ਸ੍ਰਿਸ਼ਟੀ ਦਾ ਰਚਨਹਾਰ, ਇੱਕ ਖੈ ਉਸ ਦੇ ਨਾਲ ਜੋੜਨ ਵਾਲਾ, ਅਕਾਲ ਪੁਰਖ ਦੇ ਨਾਲ ਪਿਆਰ ਬਣਾਉਣ ਵਾਲਾ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ। ਅਤੇ ਤੀਸਰੇ ਨੇ ਭਾਈ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਚਰਨਾਂ ਦੇ ਨਾਲ ਸ਼ਰਧਾ ਬਣਾਉਂਦੇ ਨੇ, ਭਾਵਨਾ ਬਣਾਉਂਦੇ ਨੇ। ਗੁਰੂ ਗ੍ਰੰਥ ਸਾਹਿਬ ਦਾ ਉਹ ਪਿਆਰ ਹਿਰਦਿਆਂ ਦੇ ਵਿੱਚ ਵਸਾਉਂਦੇ ਨੇ। ਉਹ ਖੈ ਸਾਧੂ ਆਤਮਾ, ਮਹਾਪੁਰਸ਼ ਆਤਮਾ। ਇਹ ਤਿੰਨਾਂ ਦੀ ਵਡਿਆਈ ਹੋ ਸਕਦੀ ਏ, ਉਪਮਾ ਹੋ ਸਕਦੀ ਏ, ਪਰ ਭਾਈ ਜੇਕਰ ਕੋਈ ਮਾਣ ਕਰੇ ਕਿ ਇਹਦੀ ਵਿਆਖਿਆ ਹੋ ਜਾਏ, ਸੰਪੂਰਨ ਕਥਾ ਹੋ ਜਾਏ, ਇਹ ਬਿਲਕੁਲ ਹੀ ਅਤ ਕਥਨੀ ਹੈ। ਸੋ ਗੁਰੂ ਕਿਰਪਾ ਕਰੇ। ਸਤਿਗੁਰੂ ਨੇ ਤਾਂ ਹੀ ਬਾਣੀ ਵਿੱਚ ਬਚਨ ਕਹੇ, ਗੁਰ ਕਹਿਆ ਸਾਕਾਰ ਕਮਾਵੋ, ਗੁਰ ਕੀ ਕਰਨੀ ਕਾਹੇ ਧਾਵੋ। ਸੋ ਆਓ ਸਾਧ ਸੰਗਤ, ਇਸੇ ਤਰ੍ਹਾਂ ਕੀ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਅੰਮ੍ਰਿਤ ਬਾਣੀ ਵਿੱਚ ਬੋਲ ਆਉਂਦੇ ਨੇ। ਗੁਰਦੇਵ ਪਿਤਾ ਕਿਰਪਾ ਕਰਦੇ ਨੇ ਕਿ ਆਪ ਲਿਏ ਲੜ ਲਾਏ, ਦਰ ਦਰਵੇਸ਼ ਸੇ, ਤਿਨ ਧਨ ਜਣੇਂਦੀ ਮਾਓ, ਆਏ ਸਫਲ ਸੇ। ਗੁਰਦੇਵ ਪਿਤਾ ਬਾਣੀ ਵਿੱਚ ਕਿਰਪਾ ਕਰਦੇ ਨੇ ਕਿ ਇਸੇ ਤਰ੍ਹਾਂ ਭਾਈ ਉਹ ਧਨਤਾ ਯੋਗ ਕੁਲ ਖੈ, ਉਹ ਧਨਤਾ ਯੋਗ ਮਾਤਾ ਖੈ, ਉਹ ਧਨਤਾ ਯੋਗ ਪਿਤਾ ਖੈ। ਜਿਸ ਘਰ ਦੇ ਅੰਦਰ ਭਾਈ ਕੋਈ ਵਲੀ ਆਤਮਾ ਨੇ ਆ ਕੇ ਜਨਮ ਲਿਆ, ਧਨ ਸੋ ਵੰਸ, ਧਨ ਸੋ ਪਿਤਾ, ਧਨ ਸੋ ਮਾਤਾ, ਜਿਨ ਜਨ ਜਣੇ। ਇਸੇ ਤਰ੍ਹਾਂ ਗੁਰਦੇਵ ਪਿਤਾ ਨੇ ਇੱਕ ਹੋਰ ਬਚਨ ਕੀਤਾ, ਧਨ ਜਨਨੀ ਜਿਨ ਜਾਇਆ, ਧਨ ਪਿਤਾ ਪ੍ਰਧਾਨ। ਮੇਰੀ ਕਹਿਣ ਤੋਂ ਮੁਰਾਦ ਹੈ ਸਾਧ ਸੰਗਤ, ਲਾਹੌਰ ਦੇ ਨਾਲ ਕੀ 13 ਕਿਲੋਮੀਟਰ ਦੀ ਦੂਰੀ ਤੇ ਇਲਾਕਾ ਹੈ, ਜਿਹਨੂੰ ਉਸ ਸਮੇਂ ਦੇ ਅਨੁਸਾਰ ਖਰਪਾਲਕਾ ਕਿਹਾ ਜਾਂਦਾ ਹੈ। ਉਸ ਮੁਕੱਦਸ ਧਰਤੀ ਦੇ ਉੱਤੇ ਅੱਜ ਜਿੰਨਾ ਵੀ ਤੁਸੀਂ ਇਸ ਅਸਥਾਨ ਦੇ ਪ੍ਰਤਾਪ ਵੇਖਦੇ ਹੋ, ਜਿੰਨੀ ਵੀ ਇਸ ਅਸਥਾਨ ਤੇ ਬਰਕਤਾਂ ਨਿਆਮਤਾਂ ਹਾਸਲ ਹੁੰਦੀਆਂ ਨੇ, ਇਹਦਾ ਜੋ ਮੁੱਢ ਹੈ, ਇਹ ਆਰੰਭਤਾ ਕਿੱਥੋਂ ਹੈ? ਕਹਿਣ ਤੋਂ ਭਾਵ ਸਾਧ ਸੰਗਤ, ਖਰਪਾਲਕਾ ਨਗਰ ਦੇ ਅੰਦਰ ਉਹ ਸਤਿਕਾਰਯੋਗ ਪਿਤਾ ਜੀ ਨੇ ਸਰਦਾਰ ਬਿਸ਼ਨ ਸਿੰਘ, ਉਹ ਸਤਿਕਾਰਯੋਗ ਮਾਤਾ ਹੈ ਮਾਤਾ ਭਗਵਾਨ ਕੌਰ, ਜਿਨ੍ਹਾਂ ਦੀ ਕੁੱਖ ਤੋਂ ਸੰਤ ਮਹਾਪੁਰਸ਼ ਬ੍ਰਹਮ ਗਿਆਨੀ ਬ੍ਰਹਮ ਬੇਤਾ ਸੰਤ ਸੰਤੋਖ ਸਿੰਘ ਜੀ ਮਹਾਰਾਜ ਵੱਡੇ ਮਹਾਪੁਰਸ਼ਾਂ ਦੀ ਆਮਦ ਹੁੰਦੀ ਏ। ਖਿਆਲ ਕਰਨਾ, ਇਹ ਸਮਾਂ ਹੈ 1909 ਦਾ। ਫਿਰ ਮੈਂ ਬੇਨਤੀ ਦੁਹਰਾ ਦਿਆਂ, 1909 ਦੇ ਅੰਦਰ ਸੰਤ ਸੰਤੋਖ ਸਿੰਘ ਜੀ ਦੀ ਆਮਦ ਹੁੰਦੀ ਏ। ਉਸ ਵੇਲੇ ਸਮੇਂ ਦੀ ਰਵਾਇਤ ਹੈ, ਜਦੋਂ ਵੀ ਮਾਤਾ ਨੇ ਬੱਚੇ ਨੂੰ ਜਨਮ ਦੇਣਾ ਹੁੰਦਾ ਤੇ ਅਕਸਰ ਹੀ ਫਿਰ ਬੜੇ ਪਿਆਰ ਦੇ ਨਾਲ ਆਪਣੇ ਪੇਕੇ ਘਰ ਭਾਵ ਨਾਨਕੇ ਘਰ ਭੇਜ ਦੇਣਾ। ਇਹਨਾਂ ਦਾ ਨਾਨਕਾ ਘਰ ਹੈ ਅੰਮ੍ਰਿਤਸਰ। ਅੰਮ੍ਰਿਤਸਰ ਸ਼ਹਿਰ ਦੇ ਅੰਦਰ ਸੰਤ ਸੰਤੋਖ ਸਿੰਘ ਜੀ ਦਾ ਜਨਮ ਹੋਇਆ। ਬੜੇ ਧਿਆਨ ਨਾਲ ਬੇਨਤੀ ਸੁਣਿਆ ਜੇ, ਤੇ ਇਸ ਬੇਨਤੀ ਨੂੰ ਸਵੀਕਾਰ ਵੀ ਉਹੀ ਕਰਦਾ ਕਰੇਗਾ, ਪ੍ਰਵਾਨ ਵੀ ਉਹੀ ਕਰਦਾ ਕਰੇਗਾ ਜਿਹਦੇ ਜੀਵਨ ਦੇ ਅੰਦਰ ਪਰਮਾਤਮਾ ਦੇ ਨਾਮ ਦੀ ਕਣੀ ਹੈ, ਨਿਤਨੇਮੀ ਜੀਵਨ ਹੈ, ਰੱਬ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਪੂਰਨ ਵਿਸ਼ਵਾਸ ਭਰੋਸਾ ਹੈ। ਤੇ ਸਾਧ ਸੰਗਤ ਜਿਹੜੀ ਮੈਂ ਅਰਜ਼ ਕਰਨ ਲੱਗਾ, ਕਹਿੰਦੇ ਨੇ ਜਦੋਂ ਆਮਦ ਹੋਈ ਹੈ ਨਾ, ਉਦੋਂ ਬਹੁਤ ਹੀ ਹੈਰਾਨ ਕਰਨ ਵਾਲਾ ਇੱਕ ਕੋਤਕ ਵਰਤਦਾ ਹੈ। ਉਹ ਕੋਤਕ ਵੀ ਹੈਰਾਨ ਕਰਨ ਵਾਲਾ ਸੀ। ਹੋਇਆ ਕੀ, ਕਹਿਣ ਲੱਗੇ ਅਚਨਚੇਤ ਉਸ ਸਮੇਂ ਇੰਨੀ ਕੁ ਬਿਜਲੀ ਕੜਕਦੀ ਹੈ, ਤੇ ਅੱਜ ਤੱਕ ਸੁਭਾਵਿਕ ਗੱਲ ਇਹ ਹੈ, ਜਦੋਂ ਵੀ ਬਿਜਲੀ ਕੜਕਦੀ ਹੈ ਪਹਿਲਾਂ ਬੱਦਲ ਬਣਦਾ ਹੈ, ਪਰ ਉਸ ਸਮੇਂ ਕੋਤਕ ਇਹ ਬਣਿਆ ਕਿ ਬਿਨਾਂ ਬੱਦਲ ਤੋਂ ਬਿਜਲੀ ਕੜਕੀ। ਇਸੇ ਸਮੇਂ ਦੇ ਅਨੁਸਾਰ ਬਹੁਤ ਤੇਜ਼ ਦੀ ਆਵਾਜ਼ ਆਈ ਕਿ ਪਤਾ ਨਹੀਂ ਕਿੰਨੇ ਕੁ ਗਿਣਤੀ ਦੇ ਅੰਦਰ ਘੋੜਿਆਂ ਦੀ ਟਾਪਾਂ ਦੀ ਆਵਾਜ਼ ਸੁਣਾਈ ਦਿੱਤੀ। ਤੇ ਇਸੇ ਤਰ੍ਹਾਂ ਸੁਭਾਵਿਕ ਗੱਲ ਇਹ ਕੋਈ ਸਾਧ ਸੰਗਤ, ਜਦੋਂ ਵੀ ਕੋਈ ਬੱਚਾ ਜਨਮ ਲੈਂਦਾ ਹੈ ਉਹ ਚੀਕ ਮਾਰਦਾ ਹੈ, ਰੋਂਦਾ ਹੈ। ਮਹਾਂਪੁਰਸ਼ਾਂ ਨੇ ਨਾ ਹੀ ਚੀਕ ਮਾਰੀ, ਨਾ ਹੀ ਕਿਸੇ ਰੋਣ ਦੀ ਆਵਾਜ਼ ਆਈ। ਤੇ ਇਹਦਾ ਜ਼ਿਕਰ ਆਪ ਜੀ ਕਰ ਬੜੇ ਧਿਆਨ ਦੇ ਨਾਲ ਕਦੀ ਪੜਨ ਦਾ ਯਤਨ ਕਰੋ। ਮਹਾਂਪੁਰਸ਼ਾਂ ਦੇ ਜੀਵਨ ਉੱਪਰ ਕਿਤਾਬ ਹੈ ਸਰਦਾਰ ਜੋਗਿੰਦਰ ਸਿੰਘ ਸੇਠੀ ਜੀਵਨ ਲੀਲਾ, ਉਹਦੇ ਵਿੱਚ ਜ਼ਿਕਰ ਆਉਂਦਾ ਹੈ ਕਿ ਖੂੰ ਖੂੰ ਦੀ ਆਵਾਜ਼ ਨਿਕਲੀ। ਤੇ ਮੈਂ ਬੜੇ ਮਾਣ ਨਾਲ ਗੱਲ ਕਵਾਂ,
उस वेले सत्कारयोग नानी सी जिन्ने ये सारे की कौतुक नूं पछाण लिया। पहचानण तो बाद उन्हें बोल के कि वह आम बच्चा नहीं, ये दुनिया दे वांग कोई आम बालक नहीं, ये वाकया ही कोई आत्मा करके बली होवेगा, ये वाकया संसार दे दुखां नूं दूर करन वास्ते आया है, ये वाकया ही कोई पर उपकारी रूह है जिहदा अज इस घर दे अंदर जन्म खोया है। इस तो बाद साध संगत फिर सरदार बिशन सिंह जी आए ने, बड़े प्यार दे नाल अपना जिद्दी जो पिंड कह इत्थे खरपालके लै आउंदे ने। आप जी बड़े ध्यान नाल बेनती सुनिया जे, कहंदे ने खरपालके नगर दे अंदर सरदार बिशन सिंह इन्हां दी सब तो उच्ची अते सब तो वड्डी हवेली है। कई पिंडां दे जागीरदार ने, कहण तो भाव अत दी अमीरी है। जिस घर दे अंदर संत संतोख सिंह जी दी आमद खुंदी है, पर साध संगत ये इन्नी को अमीरी, इन्ने को नौकर चाकर, इन्नियां को उच्चियां हवेलियां, ਇਹਦਾ ਜਿਹੜਾ ਇੱਕ ਮਾਣ ਤਾਣ ਦਾ ਨਸ਼ਾ ਹੁੰਦਾ ਹੈ, ਉਹ ਸੰਤ ਸੰਤੋਖ ਸਿੰਘ ਦੇ ਜੀਵਨ ਉੱਪਰ ਰਤਾ ਭਰ ਵੀ ਨਹੀਂ ਪਿਆ। ਬਚਪਨ ਦੇ ਵਿੱਚ ਹੀ ਉਸ ਪਿਆਰ ਵਿੱਚ ਰੱਬੀ ਨਿਰੰਕਾਰ ਦੀ ਯਾਦ ਵਿੱਚ ਜਿਉਂਦੇ ਨੇ ਤੇ ਜਿਉਂਦੇ ਜਿੰਦੇ ਕਈ ਵਾਰ ਕਈ ਲੰਮੇ ਸਮੇਂ ਦੇ ਦਰਮਿਆਨ ਚੌਂਕੜਾ ਵੱਜਦਾ ਹੈ ਤੇ ਕਈ ਵਾਰੀ ਮਾਤਾ ਆਪ ਮੁਹਾਰੇ ਸੁਣਦੀ ਏ, ਇੱਕ ਓੰਕਾਰ ਦੀ ਧੁਨੀ ਲੱਗਦੀ ਏ। ਉਸ ਇੱਕ ਓੰਕਾਰ ਜੀ ਦੀ ਧੁਨੀ ਦੇ ਵਿੱਚ ਹੀ ਸਮਾਧੀ ਵਿੱਚ ਲੀਨ ਰਹਿੰਦੇ ਨੇ। ਪਿਤਾ ਨੇ ਯਤਨ ਕੀਤਾ ਹੈ, ਪੜਾਉਣ ਦਾ ਯਤਨ ਕੀਤਾ, ਪਿਤਾ ਨੇ ਉੱਚ ਵਧੇਰੀ ਵਿਦਿਆ ਵਾਸਤੇ ਵੀ ਯਤਨ ਕੀਤਾ, ਪਰ ਇਹ ਸਾਧ ਸੰਗਤ ਇਹ ਸਮੇਂ ਦੀ ਬਣਤਰ ਸੀ ਕਿ ਇਸ ਤੋਂ ਬਾਅਦ ਜਦੋਂ ਪਿਤਾ ਜੀ ਨੇ ਚਾਹਿਆ ਕਿ ਇਹ ਪੁੱਤਰ ਕੋਈ ਵਪਾਰ ਕਰੇ, ਕੋਈ ਬਿਜ਼ਨਸ ਕਰੇ, ਜੀਵਨ ਦੇ ਅੰਦਰ ਜਿਵੇਂ ਆਮ ਕੋਈ ਦੁਨਿਆਵੀ ਮਾਪੇ ਚਾਹੁੰਦੇ ਨੇ ਕਿ ਪੁੱਤਰ ਅੱਗੇ ਗ੍ਰਸਥ ਵਿੱਚ ਆ ਕੇ ਮੇਰੇ ਘਰ ਨੂੰ ਅੱਗੇ ਰੋਸ਼ਨ ਕਰੇ, ਇਹਨਾਂ ਨੇ ਵੀ ਵਪਾਰ ਕਰਾਉਣ ਦਾ ਯਤਨ ਕੀਤਾ ਹੈ। ਪਰ ਗੁਰੂ ਗ੍ਰੰਥ ਸਾਹਿਬ ਬਚਨ ਕਰਦੇ ਨੇ, ਇਹ ਉਹ ਬੜੀ ਆਤਮਾ ਹੈ, ਇਹ ਉਹ ਧਾਰਮਿਕ ਆਤਮਾ ਹੈ ਜਿਨੇ ਵਾਕਈ ਗੁਰੂ ਗ੍ਰੰਥ ਸਾਹਿਬ ਦੇ ਬਚਨਾਂ ਅਨੁਸਾਰ ਵਣਜ ਕਰੋ ਵਣਜਾਰਿਓ ਵਖਰ ਲਿਓ ਸੰਭਾਲ, ਤੈਸੀ ਵਸਤ ਵਿਸਾਹੀ ਹੈ ਜੈਸੀ ਨਿਭਖੈ ਨਾਲ। ਉਸ ਵਣਜ ਦੇ ਅੰਦਰ ਮਨ ਨਹੀਂ ਲੱਗਾ, ਉਹਦੇ ਅੰਦਰ ਵੀ ਇੰਨੀ ਕੋ ਆਤਮਾ ਖਚਤ ਨਹੀਂ ਹੋਈ, ਕਿਉਂਕਿ ਨਿਰੰਕਾਰ ਦੇ ਚਰਨਾਂ ਨਾਲ ਜੁੜੇ ਰਹਿੰਦੇ ਨੇ। ਇਸ ਤੋਂ ਬਾਅਦ ਕਿਉਂਕਿ ਪਿਤਾ ਦੀ ਉਸ ਸਮੇਂ ਦੇ ਅਨੁਸਾਰ ਲਾਹੌਰ ਦੇ ਅੰਦਰ ਇੱਕ ਕਰਨਲ ਹੈ, ਅੰਗਰੇਜ਼ ਅਫਸਰ ਹੈ, ਇਹਦਾ ਨਾਂ ਸਾਧ ਸੰਗਤ ਸਮਿਥ ਕਰਕੇ ਆਇਆ ਹੈ। ਇਹਦੇ ਨਾਲ ਪਿਤਾ ਬਿਸ਼ਨ ਸਿੰਘ ਹੋਰਾਂ ਨੇ ਗੱਲਬਾਤ ਕੀਤੀ ਹੈ ਕਿ ਮੇਰੇ ਪੁੱਤਰ ਨੂੰ ਨੌਕਰੀ ਤੇ ਲਾਇਆ ਜਾਏ। ਤੇ ਸਮੇਂ ਦਾ ਇਤਿਹਾਸ ਕਹਿੰਦਾ ਹੈ ਕਿ ਐਸਡੀਓ ਦੀ ਸਭ ਤੋਂ ਵੱਡੀ ਨੌਕਰੀ ਸੰਤ ਸੰਤੋਖ ਸਿੰਘ ਹੋਰਾਂ ਜੀ ਵਾਸਤੇ ਪ੍ਰਬੰਧ ਕੀਤਾ ਗਿਆ ਹੈ, ਪਰ ਉਹਦੇ ਦਰਮਿਆਨ ਵੀ ਸਾਧ ਸੰਗਤ ਇਹਨਾਂ ਮਨ ਨਹੀਂ ਲੱਗਾ। ਤੇ ਜਿਵੇਂ ਗੁਰੂ ਗ੍ਰੰਥ ਸਾਹਿਬ ਦੇ ਬਚਨ ਆਏ ਕਿ ਖੋਰ ਵਿਡਾਣੀ ਚਾਕਰੀ ਤ੍ਰਿਗ ਜੀਵਨ ਤ੍ਰਿਗਵਾਸ, ਕਹਿਣ ਤੋਂ ਭਾਵ ਜਿਹੜੀਆਂ ਖੋਰ ਚਾਕਰੀਆਂ ਨੇ ਰੱਬੀ ਨਾਮ ਰੱਬੀ ਪਿਆਰ ਨੂੰ ਛੱਡ ਕੇ ਹੋਰ ਜਿਹੜੀ ਵੀ ਚਾਕਰੀ ਉਹ ਤ੍ਰਿਗ ਹੈ ਤੇ ਮਹਾਂਪੁਰਸ਼ਾਂ ਦਾ ਜੀਵਨ ਵੀ ਗਵਾਹੀ ਭਰਦਾ ਹੈ। 3 ਕੁ ਸਾਲ ਉਸ ਨੌਕਰੀ ਵਿੱਚ ਰਹੇ ਜ਼ਰੂਰ, ਪਰ ਜਿਹੜੀ ਲਗਨ ਹੈ ਉਹ ਪਰਮਾਤਮਾ ਪ੍ਰਤੀ ਹੀ ਬਣੀ ਰਹੀ। ਇਸੇ ਤਰ੍ਹਾਂ ਸਾਧ ਸੰਗਤ ਇਹ ਮਾਨੋ ਕਿ ਉਹ ਚਾਕਰੀ ਹੈ ਜਿਹਦਾ ਗੁਰੂ ਗ੍ਰੰਥ ਸਾਹਿਬ ਨੇ ਜ਼ਿਕਰ ਕੀਤਾ ਕਿ ਚਾਕਰ ਲੱਗੈ ਚਾਕਰੀ ਜੇ ਚੱਲੇ ਖਸਮੈ ਭਾਏ, ਹੁਰਮਤ ਤਿਸਨੋਂ ਅਗਲੀ ਉਹ ਵਜੋਂ ਭੇ ਦੂਣਾ ਖਾਏ। ਸੱਚੀ ਚਾਕਰੀ ਵਿੱਚ ਹੀ ਰਹੇ, ਮਾਲਕ ਦੀ ਚਾਕਰੀ ਵਿੱਚ ਲੱਗੇ ਰਹੇ। ਤੇ ਇਸੇ ਸਮੇਂ ਦੇ ਦਰਮਿਆਨ 1928 ਨੂੰ ਮਾਤਾ ਜਸਵੰਤ ਕੌਰ ਜੀ ਦੇ ਨਾਲ ਫਿਰ ਮਾਪੇ ਬੜੇ ਚਾਵਾਂ ਦੇ ਨਾਲ ਆਨੰਦ ਕਾਰਜ ਵੀ ਕਰਦੇ ਨੇ। ਗ੍ਰਸਥ ਧਰਮ ਦੇ ਅੰਦਰ ਐਸਾ ਪਿਆਰ ਬਣਦਾ ਹੈ, ਗ੍ਰਸਥ ਧਰਮ ਨੂੰ ਪੂਰੀ ਪਰਪੱਕਤਾ ਦੇ ਨਾਲ ਨਿਭਾਉਂਦੇ ਹੋਏ ਮਹਾਂਪੁਰਸ਼ ਆਪਣਾ ਜੀਵਨ ਬਤੀਤ ਕਰਦੇ ਨੇ। ਪਰ ਜਿਹੜੀ ਅੰਦਰੂਨੀ ਖਿੱਚ ਹੈ ਉਹ ਇੱਕ ਓੰਕਾਰ ਜੀ ਨਾਲ ਧੁਨੀ ਵਿੱਚ ਜੁੜੀ ਰਹਿੰਦੀ ਏ, ਉਹਦੇ ਪਿਆਰ ਵਿੱਚ ਜਿਉਂਦੇ ਰਹਿੰਦੇ ਨੇ। ਸਮਾਂ ਬਣਦਾ ਹੈ ਇਹਨਾਂ ਦੇ ਘਰ ਦੇ ਅੰਦਰ 3 ਸੰਤਾਨ, ਸਰਦਾਰ ਜਰਨੈਲ ਸਿੰਘ, ਸਰਦਾਰ ਪ੍ਰਕਾਸ਼ ਸਿੰਘ ਅਤੇ ਬੱਚੀ ਭਾ ਕੌਰ, 3 ਸੰਤਾਨਾਂ ਦੀ ਆਮਦ ਹੋਈ, 3 ਬੱਚੇ ਹੋਏ ਨੇ। ਪਰ ਸਾਧ ਸੰਗਤ ਜਿਵੇਂ ਮੈਂ ਅਰਮਤਾ ਤੋਂ ਕਹਿੰਦਾ ਆ ਰਿਹਾ
कि हमेशा ही जिहड़ी खिच खै जिहड़ा ध्यान दा केंद्र खै परमात्मा दी भगती वल खै वाहिगुरू दी याद वल खै। इसे तरह फिर एक समा बनिया। वो समा वाकई एक भावपूर्त सी जिन्हें सारे परिवार नूं खिला के रख दिता। ये बेनती बड़े ध्यान नाल सुनिया जे। एक विद्वान पुरुष बोल लिखदा है, वो कहंदा है भाई जीवन दे अंदर जदों पंज चीज़ां इकट्ठियां हो जाण ना वाकई भाई वो भगत दे जीवन की निशानी होएगी। ਉਹਦੇ बड़े प्यारे बोल ने, जीवन दे अंदर तलाश की किते भावना बने, तलाश तो अगे फिर किते प्यास बने, प्यास तो अगे फिर किते जीवन त्याग विच आए, त्याग तो अगे फिर अरदास वल आए, अरदास तो एक ऐसा खिताब है जिहड़ा जीवन नूं निवास तक लै पहुंचदा है। केड़ा निवास? निज कर महल पावो सुख सहजे बोर ना खोएगो फेरा। ओ निवास जिउंदे जी एक मिकता वाला जीवन। नानक लीन भयो गोबिंद स्यों ज्यों पानी संग पानी। जिन्हों गुरु ग्रंथ साहब ने कहा तो ही मोही मोही तो ही अंतर कैसा। ते सतगुरु पातशाह जी दे इन्हां बचनां दे मुताबक मानो कि महापुरुषां दे जीवन विच एक बड़ी वड्डी करवट आई। करवट शब्द मैं तां वरत्या है क्योंकि एक बहुत वड्डी घटना सी। तकरीबन 1940 दे दरम्यान साध संगत की होया है, महापुरुषां ने अपने सोहरा परिवार नूं भी सद्या है, घर वालियां नूं मुखातब होके बचन कहे कि असीं भाई हुण किसी लंबी संसारक यात्रा ते जाना है ते सानूं जाण दी आग्या दित्ती जाए। दिल दुखाउणा नहीं चाहुंदे, संसार दे भले वास्ते जिहड़ी समाधि वाली खेड है वो निरंतर बनी रहे ते असी इस त्याग विच आके जिहड़ा अज दा दिन 17 खाड़ दा दीवान ये महापुरुषां दा चक्रवर्ती दिन है। भाव जिस दिन इन्हां ने जीवन दे अंदर इन्ने वड्डे महल माड़ियां दे सुखां दा त्याग कीता, इस दे दिन जितने भी संसारक तौर ते ऐशो आराम जिवें आम कोई जीवन विच मौजा माणदा है, महापुरुषां ने सारियां नूं त्याग करदे होए। ते मैं इत्थे गुरु तेग बहादुर साहब जी दा बचन जरूर कवां, बड़े प्यारे बोल ने। गौड़ी राग दा पहला बचन है गुरु तेग बहादुर साहब दी बाणी दा, साधो मन का मान त्यागो काम क्रोध संगत दुर्जन की ताते अहनिस भागो। सुख दुख दोनों समकर जाना और मान अपमाना, हरख सोग ते रह अतीता तिन जग तत पछाना। उस्तत निंदा दो त्यागै खोजै पद निर्बाना, जन नानक एह खेल कठन कै किनुखों गुरमुख जाना। कोई विरला है जिहड़ा भाई इनू पछाण सकदा है, कोई विरला है इस तरह त्यागी बन के जीवन दे अंदर इन्हां विषय विकारां वल्लों ते जीवन दुनियावी सुखां नूं त्याग दे खोए परमात्मा दी भगती वल लग जाए जीवन। ते सच है साध संगत संत संतोख सिंह होरां जी दा जीवन इस शब्द के मुताबक वाकई ढुकदा है, जिन्हां ने जीवन दे अंदर उस्तत निंदा दा त्याग करदे खोए, संसारी दुख सुखां दा त्याग करदे खोए ते संसार दे भले वास्ते अपनी अगले जीवन की यात्रा आरंभ की। एक बेनती मैं खोर कर दियां, रामचरित मानस दे अंदर तुलसीदास होरां ने एक बड़ा प्यारा वचन कीता सी। बड़े ध्यान नाल इस बेनती नूं सुनिया जे। उन्होंने बड़े प्यारे बोल के वो कहंदा है भाई एक संत दा जीवन ते अते भाई एक मक्खण दे जीवन दी कहानी, इन्हां विच बड़ी समानता वेखण नूं मिलदी है। मक्खण दा जीवन ते इसे तरह भाई एक संत दा परोपकारी जीवन, ये बहुत आपस विच मेल खांदा है। पुछिया किवें? बड़े प्यारे बोल ने रामचरित मानस अंदर तुलसीदास दे, संत हृदा नवनीत समाना, कहां कवि पर कहां ना जाना। ते इसे तरह नवनीत तो भावे मक्खण, कहन लगे संत अते मक्खण विच समानता है, दोवां दे विच भाई बराबरता है, इक्वलिटी है। पता है क्यों? कहन लगे भाई संत दा खिरदा भी द्रव जांदा है, संत दे खिरदे विच भी प्यार है, दूसरे दे भाई दुख खरण दा चाह है।
ਤੇ ਇਸੇ ਤਰ੍ਹਾਂ ਭਾਈ ਜਿੱਥੇ ਜਾ ਕੇ ਮੱਖਣ ਤੋਂ ਬਾਤ ਆਈ, ਪਰ ਅੱਗੇ ਚੱਲ ਕੇ ਕਹਿੰਦੇ ਨੇ ਇੱਕ ਫਰਕ ਪੈ ਗਿਆ। ਜਦੋਂ ਵੀ ਮੱਖਣ ਭਾਈ ਪਿਘਲਦਾ ਹੈ, ਇਹਦੇ ਥੱਲੇ ਅੱਗ ਲੱਗਦੀ ਏ ਤਾਂ ਭਾਈ ਇਹ ਦਰਵ ਜਾਂਦਾ ਹੈ, ਪਿਘਲ ਜਾਂਦਾ ਹੈ। ਪਰ ਇਹ ਦੁਨੀਆ ਦੇ ਲੋਗੋ, ਰਾਮਚਰਿਤ ਮਾਨਸ ਵਿੱਚ ਤੁਲਸੀਦਾਸ ਨੇ ਬੜੇ ਪਿਆਰੇ ਬੋਲ ਕਹੇ, ਕਹਿਣ ਲੱਗੇ ਪਰ ਜਿਹੜਾ ਸੰਤ ਦਾ ਜੀਵਨ ਹੈ ਉਹ ਆਪਣੇ ਦੁੱਖ ਨੂੰ ਨਹੀਂ, ਪਰਾਏ ਦੁੱਖ ਨੂੰ ਵੇਖ ਕੇ, ਕਿਸੇ ਦੇ ਦਰਦ ਨੂੰ ਵੇਖ ਕੇ, ਕਿਸੇ ਦੇ ਜੀਵਨ ਦੀ ਮੁਸੀਬਤ ਨੂੰ ਤੱਕ ਕੇ, ਇਹ ਸੱਚੇ ਭਾਈ ਮਹਾਂਪੁਰਸ਼ ਦਾ ਜੀਵਨ ਤਰਸ ਦੇ ਘਰ ਵਿੱਚ ਆ ਜਾਂਦਾ ਹੈ ਤੇ ਜੀ ਦਾਨ ਦੇ ਕੇ ਭਾਈ ਜੀਵਨ ਦਾ ਭਲਾ ਕਰ ਜਾਂਦਾ ਹੈ। ਫਿਰ ਸੁਣਿਆ ਜੇ ਸੰਤ ਹਿਰਦਾ ਨਵਨੀਤ ਸਮਾਨਾ, ਕਹਾਂ ਕਵੀ ਪਰ ਕਹਾਂ ਨਾ ਜਾਣਾ। ਤੇ ਅਗਲੇ ਬੜੇ ਪਿਆਰੇ ਬੋਲ ਨੇ, ਕਹਿਣ ਲੱਗੇ ਇਸੇ ਤਰ੍ਹਾਂ ਭਾਈ ਪਰ ਖਿਤ ਸੰਤ ਦਰਵੈ ਨਵਨੀਤਾ। ਦੂਸਰੇ ਦੁੱਖ ਦੇ ਕਰਕੇ ਹੁਣ ਸੰਸਾਰ ਦਾ ਭਲਾ ਕਰਨਾ ਹੈ, ਅਨੇਕਾਂ ਦੁੱਖਾਂ ਦੇ ਦੁੱਖ ਨੂੰ ਖਰਨਾ ਹੈ ਤੇ ਅਨੇਕਾਂ ਭਾਈ ਜੀਵਾਂ ਨੂੰ ਜੀ ਦਾਨ ਦੇ ਕੇ ਪਰਮਾਤਮਾ ਨਾਲ ਜੋੜਨਾ ਹੈ। ਇਸ ਮਿਸ਼ਨ ਨੂੰ ਭਾਈ ਪੂਰਾ ਕਰਨ ਵਾਸਤੇ ਸੰਤ ਸੰਤੋਖ ਸਿੰਘ ਜੀ ਭਾਈ 1940 ਦੇ ਦਰਮਿਆਨ ਆਪਣਾ ਖਰਪਾਲਕਾ ਪਿੰਡ ਨੂੰ ਭਾਈ ਸਦੀ ਵਾਸਤੇ ਅਲਵਿਦਾ ਕਹਿੰਦੇ ਨੇ। ਜਦੋਂ ਚੱਲੇ ਨੇ ਨਾ, ਰਸਤੇ ਵਿੱਚ ਅੰਮ੍ਰਿਤਸਰ ਆਏ, ਆਨੰਦਪੁਰ ਸਾਹਿਬ ਗਏ, ਫਤਿਹਗੜ੍ਹ ਸਾਹਿਬ ਗਏ। ਇਸੇ ਤਰ੍ਹਾਂ ਭਾਈ ਇਸ ਜੀਵਨ ਲੀਲਾ ਕਿਤਾਬ ਦੇ ਮੁਤਾਬਕ ਮੈਂ ਬੇਨਤੀ ਕਰਾਂ, ਪਹਾੜੀ ਇਲਾਕਿਆਂ ਵਿੱਚ ਵੀ ਪਹਿਲਾਂ ਮਹਾਂਪੁਰਸ਼ ਗਏ। ਕੁੱਲੂ ਮਨਾਲੀ, ਬਲਾਸਪੁਰ ਦੀ ਧਰਤੀ ਤੋਂ ਖੁੰਦੇ ਖੋਏ, ਰੂਪਨਗਰ ਰੋਪੜ ਜਿਹਨੂੰ ਅੱਜ ਕਿਹਾ ਜਾਂਦਾ ਹੈ, ਰੂਪਨਗਰ ਵੀ ਕਿਹਾ ਜਾਂਦਾ ਹੈ, ਇਸ ਧਰਤੀ ਤੇ ਆ ਪਹੁੰਚਦੇ ਨੇ। ਇੱਥੇ ਇੱਕ ਮੈਂ ਨਿੱਕੀ ਜੀ ਘਟਨਾ ਜ਼ਰੂਰ ਕਹਿਣ ਦਾ ਯਤਨ ਕਰਾਂ। ਵੇਖੋ ਇਸ ਸਮੇਂ ਦੇ ਦਰਮਿਆਨ ਹੀ ਕਿੰਨੀ ਕੁ ਬੰਦਗੀ ਹੋਏਗੀ, ਪਰਮਾਤਮਾ ਨਾਲ ਇੱਕ ਮਿਕਤਾ ਕਿੰਨੇ ਸਿਖਰ ਤੇ ਸੀ ਕਿ ਭਾਈ ਇਸ ਵੇਲੇ ਦੇ ਦਰਮਿਆਨ ਵੀ ਜੇਕਰ ਕਿਸੇ ਨੇ ਆ ਕੇ ਆਪਣਾ ਦੁੱਖ ਦੱਸਿਆ ਹੈ ਨਾ, ਸੱਚੇ ਦਿਲ ਤੋਂ ਆ ਕੇ ਕਿਸੇ ਨੇ ਭਾਈ ਤਰਲਾ ਲਿਆਏ, ਮਹਾਂਪੁਰਸ਼ਾਂ ਨੇ ਉਹਦੇ ਜੀਵਨ ਦਾ ਵੀ ਭਲਾ ਕੀਤਾ ਹੈ। ਬੜੇ ਧਿਆਨ ਨਾਲ ਬੇਨਤੀ ਨੂੰ ਸੁਣਿਆ ਜੇ। ਇੱਥੇ ਇੱਕ ਨੌਜਵਾਨ ਸੱਜਣ ਮਿਲਦਾ ਹੈ, ਉਹ ਆ ਕੇ ਤਰਲਾ ਲੈਂਦਾ ਹੈ, ਐ ਸਤਿਪੁਰਸ਼ੋ ਤੁਹਾਡੇ ਸਰੀਰ ਦਾ ਭੇਖ ਦੱਸਦਾ, ਤੁਸੀਂ ਪਰਮਾਤਮਾ ਦੀ ਬੰਦਗੀ ਕਰਦੇ ਹੋ, ਸਾਧੂ ਲਿਬਾਸ ਹੈ ਤੇ ਮੇਰੇ ਪਿਤਾ ਦਾ ਨਾਂ ਹੈ ਵਿਸਾਖਾ ਸਿੰਘ, ਤੇ ਬੜੇ ਲੰਮੇ ਸਮੇਂ ਤੋਂ ਉਹ ਆਪਣੇ ਘਰ ਦੇ ਬੈੱਡ ਉੱਤੇ ਪਿਆ ਕੇ ਵਿਲਕਦਾ ਹੈ, ਬੜੀ ਭੈੜੀ ਨਾ ਮੁਰਾਦ ਬਿਮਾਰੀ ਲੱਗੀ ਹੋਈ ਏ। ਜੇਕਰ ਆਪ ਤਰਸ ਦੇ ਘਰ ਵਿੱਚ ਆਏ ਹੋ ਤੇ ਘਰ ਚੱਲੋ, ਮੇਰੇ ਘਰ ਮੇਰੇ ਪਿਤਾ ਦਾ ਭਲਾ ਹੋ ਸਕੇ, ਆਪ ਉਹਦੇ ਵਾਸਤੇ ਅਰਦਾਸ ਕਰੋ। ਮਹਾਂਪੁਰਸ਼ਾਂ ਦੇ ਸਾਹਮਣੇ ਜਦੋਂ ਉਹਨੇ ਬੜੀ ਨਿਮਰਤਾ ਦੇ ਨਾਲ, ਵੇਖੋ ਇਹ ਵੀ ਇੱਕ ਜੀਵਨ ਵਿੱਚ ਇੱਕ ਜਾਂਚ ਹੈ ਅਰਦਾਸ ਕਰਨ ਦੀ, ਦੁੱਖ ਦੱਸਣ ਦਾ ਵੀ ਇੱਕ ਤਰੀਕਾ ਹੋਣਾ ਚਾਹੀਦਾ, ਭਾਵ ਨਿਮਰਤਾ ਵਿੱਚ, ਹਲੀਮੀ ਵਿੱਚ ਆ ਕੇ। ਕਹਿੰਦੇ ਮਹਾਂਪੁਰਸ਼ ਘਰ ਚਲੇ ਗਏ, ਘਰ ਜਾ ਕੇ ਜਦੋਂ ਤੱਕਿਆ ਹੈ ਤੇ ਵੇਂਦਿਆਂ ਸਾਰੀ ਕਹਿੰਦੇ ਨੇ ਮਹਾਂਪੁਰਸ਼ ਸਮਾਧੀ ਵਿੱਚ ਗਏ। ਕੁਝ ਸਮੇਂ ਬਾਅਦ ਨੇਤਰ ਬੰਦ ਕਰਨ ਤੋਂ ਬਾਅਦ ਸਮਾਧੀ ਖੁੱਲੀ ਤੇ ਬੜੇ ਪਿਆਰ ਵਿੱਚ ਬਚਨ ਕਰਦੇ ਨੇ, ਭਾਈ ਵਿਸਾਖਾ ਸਿੰਘਾਂ ਤੈਨੂੰ ਵੱਧ ਅਸੀਸ ਲੱਗੀ ਹੋਈ ਏ, ਜੀਵਨ ਵਿੱਚ ਕਿਸੇ ਦਾ ਬੜਾ ਮਾੜਾ ਕੀਤਾ ਹੈ ਤੂੰ, ਤੇ ਉਸ ਵੇਲੇ ਤੇਰੀ ਸੋਚ ਸੀ ਸ਼ਾਇਦ ਮੈਂ ਜੀਵਨ ਵਿੱਚ ਸੁਖੀ ਰਹਾਂਗਾ, ਕੀਤੀ ਕੋਈ ਭੁੱਲ ਸਦਕਾ ਜੀਵਨ ਵਿੱਚ ਅੱਜ ਤੈਨੂੰ ਦੁੱਖ ਨੇ ਘੇਰਾ ਪਾਇਆ ਹੈ। ਜਦੋਂ ਮਹਾਂਪੁਰਸ਼ਾਂ ਬੋਲ ਕੇ ਉਹਨੇ ਸੁਣ ਤਾਂ ਲਿਆ, ਪਰ ਸਹਿਜ ਸੁਭਾਵਕ ਹੀ ਕਹਿੰਦਾ ਨਹੀਂ ਸਤਿਪੁਰਸ਼ੋ ਮੇਰੇ ਤੋਂ ਕਿਹੜੀ ਭੁੱਲ ਖੋਣੀ ਏ, ਮੈਂ ਤੇ ਸਾਰਾ ਜੀਵਨ ਚੰਗਿਆਈ ਵਿੱਚ ਹੀ ਲਾਇਆ ਹੈ, ਚੰਗੇ ਕਰਮਾਂ ਵਿੱਚ ਹੀ ਲਾਇਆ, ਮੇਰੇ ਤੋਂ ਭੁੱਲ ਕਿਹੜੀ। ਮਹਾਂਪੁਰਸ਼ਾਂ ਨੇ ਸੁਭਾਵਕ ਬਚਨ ਕੀਤੇ, ਚੰਗਾ ਭਾਈ ਇਹ ਤਾਂ ਇੱਕ ਜਿਵੇਂ ਕਿ ਮਾਨੋ ਇਹ ਜਿਹੜੀ ਵੱਧ ਅਸੀਸ ਹੈ ਤੇਰੀ ਛਾਤੀ ਦੇ ਉੱਤੇ ਇੱਕ ਪੱਥਰ ਦੇ ਵਾਂਗ ਹੈ, ਜਦੋਂ ਤੱਕ ਚੇਤੇ ਨਹੀਂ ਕਰਦਾ ਤੇ ਭਾਈ ਭਲਾ ਖੋਣਾ ਵੀ ਨਹੀਂ, ਤੇ ਅਚਾਨਕ ਚੱਲਣ ਲੱਗੇ। ਚੱਲਣ ਸਮੇਂ ਕਹਿੰਦੇ ਨੇ ਇਹਦੇ ਧਿਆਨ ਵਿੱਚ ਆਇਆ, ਮਹਾਂਪੁਰਸ਼ਾਂ ਨੂੰ ਬੜੇ ਪਿਆਰ ਵਿੱਚ ਅਦਬ ਵਿੱਚ ਆ ਕੇ ਕਹਿੰਦਾ, ਖਾਂ ਸਤਿਪੁਰਸ਼ੋ ਭੁੱਲ ਖੋਈ ਹੈ, ਭੁੱਲ ਇਹ ਖੋਈ ਨਾਲ ਹੀ ਮੇਰੇ ਘਰ ਦੇ ਇੱਕ ਗਰੀਬ ਦਾ ਘਰ ਸੀ ਤੇ ਮੈਂ ਆਪਣੀ ਚਾਰਵਦਾਰੀ ਵਧਾਉਣ ਵਾਸਤੇ, ਘਰ ਥੋੜਾ ਜਿਹਾ ਵੱਡਾ ਹੋ ਜਾਏ, ਮੈਂ ਧੱਕੇ ਦੇ ਨਾਲ ਉਹਦੀ ਜ਼ਮੀਨ ਖੜਪੀ
ਤੇ ਇਸੇ ਤਰ੍ਹਾਂ ਨੂੰ ਬੇਘਰ ਕਰਕੇ ਇਸ ਨਗਰ ਵਿੱਚੋਂ ਕੱਢਿਆ ਤੇ ਪਤਾ ਨਹੀਂ ਵਿਚਾਰਾ ਅੱਜ ਕਿੱਥੇ ਜਾ ਕੇ ਦਿਨ ਕੱਟਦਾ ਹੋਵੇਗਾ। ਮੈਂ ਕਿਸੇ ਨੂੰ ਬੇਘਰ ਕੀਤਾ ਹੈ ਤੇ ਕਹਿੰਦੇ ਭਲਿਆ ਇਹ ਬਦ ਅਸੀਸ ਵੀ ਉਹਦੀ ਖੈ। ਤੇ ਇਹ ਸੱਚ ਜਾਣੀ ਜਦੋਂ ਤੱਕ ਭਾਈ ਉਹਦੇ ਜਾ ਕੇ ਜਿਹੜਾ ਉਹਨੂੰ ਘਾਟਾ ਪਾਇਆ ਈ, ਜਿਹੜਾ ਉਹਨੂੰ ਦੁੱਖ ਦਿੱਤਾ ਈ, ਉਹਨੂੰ ਭਾਈ ਜੀਵਨ ਵਿੱਚ ਯਤਨ ਕਰਕੇ ਉਹਨੂੰ ਸੁੱਖ ਨਹੀਂ ਨਾ ਦਿੰਦਾ, ਤੇਰੀ ਅਰਦਾਸ ਵੀ ਰੱਬ ਦੇ ਚਰਨਾਂ ਵਿੱਚ ਕਬੂਲ ਨਹੀਂ ਹੋਣੀ। ਤੁਰ ਪਏ ਮਹਾਂਪੁਰਸ਼। ਇਹਨੇ ਸਾਧ ਸੰਗਤ ਦੇ ਪੁੱਤਰ ਨੇ ਬੜੀ ਹੀ ਜਲਦੀ ਦੇ ਨਾਲ ਪਿਤਾ ਤੋਂ ਉਸ ਸ਼ਖਸ ਬਾਰੇ ਪੁੱਛਿਆ ਤੇ ਉਹਦੇ ਜਾ ਕੇ ਪਤਾ ਕਰਕੇ ਭਾਈ ਜਿੰਨਾ ਵੀ ਉਹਦੇ ਪੈਸੇ ਰਕਮ ਸਨ, ਅਸਥਾਨ ਥਾਂ ਜਿਹੜੀ ਵੇਚੀ ਸੀ ਇਹਨੇ, ਭਾਵ ਜਿਹਦੇ ਉੱਤੇ ਕਬਜ਼ਾ ਕੀਤਾ ਸੀ, ਉਹਨੂੰ ਸੂਦ ਸਮੇਤ ਵਿਆਜ ਸਮੇਤ ਉਹਦੀ ਰਕਮ ਵਾਪਸ ਕੀਤੀ, ਘਰ ਬਣਾ ਕੇ ਦਿੱਤਾ, ਪ੍ਰਣ ਲਿਆ। ਤੇ ਮਹਾਂਪੁਰਸ਼ ਇਸੇ ਤਰ੍ਹਾਂ ਉਸ ਨਗਰ ਵਿੱਚ ਸਣ, ਫਿਰ ਲੈ ਕੇ ਆਇਆ ਬਾਬਾ ਜੀ ਅਸੀਂ ਵਾਕਈ ਭੁੱਲ ਬਖਸ਼ਾ ਲਈਏ। ਤੇ ਕਹਿੰਦੇ ਨੇ 4 ਬੰਦੇ ਵਿਸਾਖਾ ਸਿੰਘ ਨੂੰ ਮੰਜੀ ਤੇ ਚੁੱਕਦੇ ਨੇ ਤੇ ਮਹਾਂਪੁਰਸ਼ ਬੋਲ ਕਹਿੰਦੇ ਨੇ ਆਓ ਗੁਰੂ ਘਰ ਲੈ ਕੇ ਆਓ, ਗੁਰੂ ਗ੍ਰੰਥ ਸਾਹਿਬ ਅੱਗੇ ਅਰਦਾਸ ਕਰਾਂਗੇ, ਜੇਕਰ ਇੱਕ ਓੰਕਾਰ ਨੇ ਚਾਹਿਆ ਤੇ ਭਲਾ ਹੋਏਗਾ। ਹੁਣ ਜਿਹਨੂੰ 4 ਬੰਦੇ ਚੁੱਕਦੇ ਨੇ ਤੇ ਮਹਾਂਪੁਰਸ਼ ਚੱਲ ਕੇ ਗੁਰੂ ਘਰ ਜਾ ਕੇ ਅਰਦਾਸ ਕਰਦੇ ਨੇ। ਇਸ ਕਿਤਾਬ ਵਿੱਚ ਜ਼ਿਕਰ ਹੈ ਸਾਧ ਸੰਗਤ, ਇੱਕ ਓੰਕਾਰ ਅਕਾਲ ਪੁਰਖ ਵਾਹਿਗੁਰੂ ਦੀ ਐਸੀ ਬਖਸ਼ਿਸ਼ ਹੋਈ, ਐਸੀ ਖੇਡ ਵਰਤੀ ਕਿ ਉਹ ਹੀ ਸੱਜਣ ਜਿਹੜਾ 4 ਬੰਦੇ ਜਿਹਨੂੰ ਚੁੱਕ ਕੇ ਲਿਆਉਂਦੇ ਨੇ ਤੇ ਮਹਾਂਪੁਰਸ਼ਾਂ ਨੇ ਅਰਦਾਸ ਦੀ ਬਰਕਤ ਐਸੀ ਪਈ, ਐਸੀ ਬਖਸ਼ਿਸ਼ ਹੋਈ, ਉਹ ਆਪਣੇ ਦੋਵਾਂ ਲੱਤਾਂ ਦੇ ਨਾਲ ਚੱਲ ਕੇ ਆਪਣੇ ਵਾਪਸ ਘਰ ਨੂੰ ਜਾਂਦਾ ਹੈ। ਆਖੋ ਸਤਿਨਾਮ। ਸਾਧ ਸੰਗਤ ਤੇ ਕੋਤਕ ਵਰਤਦਾ ਹੈ। ਪਿੰਡ ਵਿੱਚ ਰੋਲਾ ਪੈ ਗਿਆ ਕਿ ਐਸੀ ਕਿਹੜੀ ਬਲੀ ਆਤਮਾ, ਕਿਹੜਾ ਸਾਧੂ ਪ੍ਰਤਾਪੀ ਆਇਆ ਹੈ। ਮਹਾਂਪੁਰਸ਼ਾਂ ਨੇ ਆਪਣੇ ਆਪ ਨੂੰ ਲੁਕਾਉਂਦੇ ਖੋਏ ਉੱਥੋਂ ਨਿਕਲ ਗਏ। ਇੱਥੋਂ ਚੱਲ ਕੇ ਫਿਰ ਪਾਣੀਪਤ ਆਉਂਦੇ ਨੇ। ਪਾਣੀਪਤ ਪਹਿਲੀ ਪਾਤਸ਼ਾਹੀ ਗੁਰਦੁਆਰਾ ਜਿਹੜਾ ਆਪ ਜੀਟੀ ਰੋਡ ਤੇ ਤੱਕਦੇ ਹੋ, ਇੱਥੇ ਇੱਕ ਹਫਤਾ ਭਰ ਰਹਿੰਦੇ ਨੇ। ਪਰ ਇੱਥੇ ਵੀ ਕਮੇਟੀ ਦੀ ਮਜਬੂਰੀ ਸੀ, ਹਫਤੇ ਤੋਂ ਅਸੀਂ ਜ਼ਿਆਦਾ ਰੱਖ ਨਹੀਂ ਸਕਾਂਗੇ। ਮਹਾਂਪੁਰਸ਼ ਹਫਤਾ ਪੈਣ ਤੋਂ ਪਹਿਲਾਂ ਕੀ ਇਧਰ ਇਸਰਾਣੇ ਵੱਲ ਆਪਣੇ ਗੁਰ ਅਸਥਾਨ ਨੂੰ ਲੱਭਣ ਦੇ ਲਈ ਤਤਪਰ ਹੋ ਪਏ, ਚੱਲ ਪਏ। ਪਹਿਲਾਂ ਪਲੜੀ ਗਾਉਂ ਪਹੁੰਚਦੇ ਨੇ, ਪਹਿਲਾਂ ਇਸਰਾਣੇ ਨਹੀਂ ਆਉਂਦੇ। ਪਲੜੀ ਗਾਂ ਵਿੱਚ ਕੁਝ ਦਿਨ ਦਾ ਟਿਕਾਣਾ ਕਰਦੇ ਨੇ। ਇੱਥੇ ਵੀ ਬੜੇ ਪਿਆਰ ਵਿੱਚ ਸਮਾਧੀ ਵਿੱਚ ਲੀਨ ਰਹਿੰਦੇ ਨੇ। ਤੇ ਫਿਰ ਭਾਈ ਇੱਕ ਬਦਲੂ ਨਾਂ ਦਾ ਇੱਕ ਸ਼ਖਸ ਆਇਆ, ਉਹ ਜਾਟ ਸੀ, ਉਹਦਾ ਦੁੱਖ ਦੂਰ ਹੋਇਆ ਤੇ ਉਹ ਬੜੇ ਪਿਆਰ ਵਿੱਚ ਫਿਰ ਮਹਾਂਪੁਰਸ਼ਾਂ ਨੂੰ ਇੱਧਰ ਇਸਰਾਣੇ ਵੱਲ ਲੈ ਕੇ ਆਇਆ। ਬਦਲੂ ਦੀ ਭਾਵਨਾ ਇਹ ਸੀ ਕਿ ਸਾਧੂ ਮੇਰੇ ਘਰ ਚੱਲੇ, ਪਰ ਮਹਾਂਪੁਰਸ਼ਾਂ ਕਿਹਾ ਭਾਈ ਘਰ ਨਹੀਂ, ਅਸੀਂ ਜਿਸ ਮੁਕਾਮ ਤੇ ਪਹੁੰਚਣਾ ਸੀ, ਜਿਹੜੇ ਗੁਰ ਅਸਥਾਨ ਦੀ ਭਾਲ ਵਾਸਤੇ ਆਇਆ, ਉਹ ਸਾਨੂੰ ਨਜ਼ਰ ਆ ਰਿਹਾ ਹੈ। ਤੇ ਇੱਥੇ ਸਾਧ ਸੰਗਤ ਇੱਕ ਅੰਬ ਦਾ ਦਰਖਤ ਸੀ, ਉਹਨੂੰ ਨਾ ਕੋਈ ਰਸਤਾ ਹੈ, ਇਹ ਕਕਰੀਲੀ ਅਤੇ ਸਾਧ ਸੰਗਤ ਕਬਰਿਸਤਾਨ ਹੈ। ਕਈ ਉੱਚੀਆਂ ਅਤੇ ਨੀਵੀਆਂ ਕਬਰਾਂ ਬਣੀਆਂ ਹੋਈਆਂ ਨੇ। ਇਸੇ ਸਮੇਂ ਦੇ ਦਰਮਿਆਨ ਕੀ ਤੱਕਦੇ ਨੇ, ਇੱਥੇ ਸਾਧ ਸੰਗਤ ਇਹ ਜਿਹੜੀ ਬੜੀ ਕਕਰੀਲੀ ਧਰਤੀ ਏ, ਸਾਧੂ ਮਹਾਂਪੁਰਸ਼ ਇਸ ਅਸਥਾਨ ਤੇ ਆ ਕੇ ਬਹਿ ਗਏ। ਇਸ ਰੁੱਖ ਦੇ ਥੱਲੇ ਸਾਧ ਸੰਗਤ ਬਹੁਤ ਲੰਮਾ ਸਮਾਂ ਬਹਿ ਕੇ ਮਹਾਂਪੁਰਸ਼ਾਂ ਨੇ ਤਪ ਕੀਤਾ। ਅਤੇ ਉਹ ਅੱਗੇ ਉਸ ਬਦਲੂ ਦਾ ਪੁੱਤਰ ਸੀ ਨਿਹਾਲ, ਚੌਧਰੀ ਨਿਹਾਲਾ ਵੀ ਜਿਹਨੂੰ ਕਿਹਾ ਜਾਂਦਾ ਹੈ। ਇਹ ਮਹਾਂਪੁਰਸ਼ਾਂ ਦੀ ਤੇ ਉਸੇ ਵੇਲੇ ਸੁਭਾਗ ਬਚਨ ਕੀਤੇ, ਭਾਈ ਇਹ ਸਾਦਾ ਜਲ ਨਾ ਜਾਣਿਆ ਜੇ, ਇਹ ਉਹ दारू ਹੋਵੇਗਾ ਜਿਹੜਾ ਵੀ ਭਾਵਨਾ ਦੇ ਨਾਲ ਆ ਕੇ ਭਾਈ ਇਸ਼ਨਾਨ ਕਰੇਗਾ, ਇੱਕ ਓੰਕਾਰ ਦੀ ਆਰਾਧਨਾ ਕਰੇਗਾ ਤੇ ਗੁਰੂ ਗ੍ਰੰਥ ਸਾਹਿਬ ਅੱਗੇ ਆ ਕੇ ਅਰਦਾਸ ਕਰੇਗਾ, ਉਹਦੇ ਜੀਵਨ ਦਾ ਦੁੱਖ ਕਸ਼ਟ ਦੂਰ ਹੋਏਗਾ। ਤੇ ਸਾਧ ਸੰਗਤ ਮੈਂ ਬੜੇ ਪਿਆਰ ਨਾਲ ਇਹ ਵੀ ਅਰਜ਼ ਕਰਦਾ ਜਾਵਾਂ, ਜਿਹੜਾ ਚੌਧਰੀ ਨਿਹਾਲਾ ਸੀ ਨਾ, ਉਹਨੂੰ ਕਿਹਾ ਗਿਆ ਐ ਭਾਈ ਜਾਓ ਤੁਸੀਂ ਕਿਸੇ ਨੂੰ ਲੈ ਕੇ ਆਓ, ਕੋਈ ਬਿਮਾਰ ਹੋਵੇ, ਕੋੜੀ ਹੋਵੇ। ਉਹ ਕਹਿੰਦਾ ਸਾਧੂ ਜੀਓ ਕੋਈ ਖੈ ਨਹੀਂ। ਦੁਬਾਰਾ ਤੋਂ ਫਿਰ ਬਚਨ ਕੀਤਾ, ਨਿਹਾਲੇ ਲੜਕੇ ਕਿਸੇ ਨੂੰ ਲੈ ਕੇ ਆਓ। ਤੇ ਕਹਿੰਦੇ ਨੇ ਇੱਕ ਪਿੰਡ ਦਾ ਇੱਕ ਕੋੜੀ ਸੀ, ਬੜੇ ਸਮੇਂ ਤੋਂ ਭਾਈ ਜਿਹੜਾ ਦੁੱਖ ਨਾਲ ਪੀੜਤ ਸੀ। ਸਤਪੁਰਸ਼ਾਂ ਨੇ ਭਾਈ ਜਲ ਨਾਲ ਉਹਨੂੰ ਇਸ਼ਨਾਨ ਕਰਾਇਆ
ਤੇ ਬੜੇ ਪਿਆਰ ਨਾਲ ਕਿਹਾ ਇੱਕ ਓੰਕਾਰ ਕਵੋ। ਜਦੋਂ ਪਿਆਰ ਨਾਲ ਇੱਕ ਓੰਕਾਰ ਜਪਿਆ ਤੇ ਸਾਰੀ ਸੰਗਤ ਦੇ ਸਾਹਮਣੇ ਉਹਦੇ ਕੋੜ ਨੂੰ ਦੂਰ ਖੁੰਦਿਆਂ ਖੋਇਆਂ ਸੰਗਤਾਂ ਨੇ ਆਪ ਤੱਕਿਆ। ਭਾਵ ਪਹਿਲਾਂ ਸਤਿਪੁਰਸ਼ਾਂ ਬਿਲਕੁਲ ਸਪਸ਼ਟ ਕਰਕੇ ਵਿਖਾਇਆ, ਭਾਈ ਇਹ ਦੁੱਖਾਂ ਦਾ ਦਾਰੂ ਖੋਏਗਾ। ਤੇ ਇਸ ਤੋਂ ਅਗਲਾ ਜਿਹੜਾ ਪਰ ਉਪਕਾਰਕ ਹੈ, ਮੈਨੂੰ ਤਕਰੀਬਨ 5-7 ਮਿੰਟ ਵਿੱਚ ਕਹਿਣ ਦਾ ਯਤਨ ਕਰਾਂਗਾ, ਕਿਉਂਕਿ ਸਾਧ ਸੰਗਤ ਇੱਕ ਬੜੀ ਵੱਡੀ ਬਖਸ਼ਿਸ਼ ਹੈ। ਦਸਮ ਗ੍ਰੰਥ ਦੇ ਅੰਦਰ ਕਲਗੀਧਰ ਪਾਤਸ਼ਾਹ ਨੇ ਇੱਕ ਬੜਾ ਪਿਆਰਾ ਬਚਨ ਕੀਤਾ ਹੈ। ਉਹ ਕਹਿੰਦੇ ਨੇ, ਭਾਈ ਜੋ ਲੋਕ ਅਲੋਕ ਬਣਾਏ ਫਿਰ ਲੇਤ ਆਪ ਮਿਲਾਏ, ਜੋ ਚਹਿ ਦੇ ਉਧਾਰ ਸੋ ਭਜਨ ਏਕੰਕਾਰ। ਅਗਲਾ ਬਚਨ ਆਉਂਦਾ ਹੈ, ਤੇ ਕਿਉਂ ਨਾ ਜਾਪ ਜਪੰਤ ਕਿਮ ਜਾਨ ਕੂਪ ਪਰੰਤ। ਹੁਣ ਇੱਥੇ ਦ੍ਰਿਸ਼ਟਾਂਤ ਦਿੱਤਾ ਹੈ, ਭਾਈ ਇੱਕ ਓੰਕਾਰ ਦਾ ਭਜਨ ਕਿਉਂ ਨਹੀਂ ਕਰਦਾ, ਤੇ ਜਾਣ ਬੁੱਝ ਕੇ ਭਾਈ ਕਿਉਂ ਜੀਵਨ ਨੂੰ ਖੂਹ ਵਿੱਚ ਪਾ ਰਿਹਾ, ਖੱਡੇ ਵਿੱਚ ਪਾ ਰਿਹਾ। ਇਹ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਬਚਨ ਆਉਂਦਾ ਹੈ ਕਿ ਮਨ ਜਾਣਤ ਸਭ ਬਾਤ ਜਾਣਤ ਹੀ ਔਗਨ ਕਰੈ, ਕਾਹੇ ਕੀ ਕੁਸ਼ਲਾਤ ਖਾਤ ਦੀਪ ਕੂਏ ਪਰੈ। ਇਹ ਦ੍ਰਿਸ਼ਟਾਂਤ ਹੈ, ਇਹਨੂੰ ਬੜੇ ਧਿਆਨ ਨਾਲ ਆਪ ਜੀ ਸਮਝਣ ਦਾ ਯਤਨ ਕਰਿਆ ਜੇ। ਮਹਾਂਪੁਰਸ਼ਾਂ ਨੇ ਮਾਨੋ ਕਿ ਇਸ ਅਸਥਾਨ ਤੇ ਇੱਕ ਜੁਗਤ ਰੂਪੀ ਦੀਵੇ ਦਾ ਪ੍ਰਕਾਸ਼ ਕੀਤਾ। ਫਿਰ ਮੇਰੀ ਬੇਨਤੀ ਨੂੰ ਬੜੀ ਗੰਭੀਰਤਾ ਦੇ ਨਾਲ ਡੀਪਲੀ ਸਮਝਣ ਦਾ ਯਤਨ ਕਰਿਆ ਜੇ। ਇੱਕ ਜੁਗਤ ਰੂਪੀ ਦੀਵੇ ਦਾ ਪ੍ਰਕਾਸ਼ ਹੋਇਆ। ਵੇਖੋ ਸਾਧ ਸੰਗਤ, ਇਸ ਤੋਂ ਪਹਿਲਾਂ ਵੀ ਬੜੇ ਇੱਥੇ ਵਿਦਵਾਨ ਖੋ ਗੁਜਰੇ, ਬੜੇ ਭਾਈ ਵਿਆਖਿਆਕਾਰ ਖੋ ਗੁਜਰੇ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਬਾਣੀ ਦੇ ਅੰਦਰ ਜਿਹੜਾ ਭੇਦ ਆਇਆ, ਸ਼ਾਇਦ ਉਹਨੂੰ ਕੋਈ ਖੋਲ ਨਹੀਂ ਸਕਿਆ। ਵੇਖੋ, ਮੈਂ ਆਪ ਜੀ ਦੇ ਸਾਹਮਣੇ ਬੜੇ ਪਿਆਰ ਸਹਿਤ ਬੇਨਤੀ ਕਰਾਂ, ਆਪ ਰਹਿਰਾਸ ਸਾਹਿਬ ਜੀ ਦਾ ਪਾਠ ਕਰਦੇ ਹੋ, ਸੰਧਿਆ ਵੇਲੇ ਕਦੀ ਧਿਆਨ ਨਾਲ ਪੜਿਆ ਜੇ। ਜਦੋਂ ਇਹ ਬਚਨ ਆਉਣਗੇ ਨਾ, ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ। ਅਗਲਾ ਬਚਨ ਆਏਗਾ, ਤੇਰੇ ਭਗਤ। ਹੁਣ ਪਹਿਲੇ ਭਗਤ ਦੇ ਤੱਤੇ ਦੇ ਨਾਲ ਸਿਹਾਰੀਏ, ਦੂਸਰੀ ਲਾਈਨ ਵਿੱਚ ਤੱਤਾ ਮੁਕਤਾ ਹੈ, ਭਾਵ ਕਿ ਇੱਕ ਔਂਕੜ ਦੇ ਨਾਲ ਦੋਨਾਂ ਦੇ ਅਰਥ ਬਦਲ ਜਾਂਦੇ ਨੇ। ਤੇ ਗੁਰੂ ਗ੍ਰੰਥ ਸਾਹਿਬ ਦੀ ਪਾਤਸ਼ਾਹ ਜੀ ਦੀ ਬਾਣੀ ਵਿੱਚ ਕਦੀ ਧਿਆਨ ਨਾਲ ਪੜੋ, ਸਤਿਗੁਰੂ ਨੇ ਇਸੇ ਤਰ੍ਹਾਂ ਹੀ ਜਦੋਂ ਗੁਰ ਅਤੇ ਗੁਰੂ ਵਾਲਾ ਕਨਸੈਪਟ ਆਇਆ, ਸਤਿਗੁਰੂ ਨੇ ਉੱਥੇ ਵੀ ਅੰਤਰ ਪਾਇਆ। ਪਰ ਇਹ ਸੱਚੇ ਸਾਧ ਸੰਗਤ ਬ੍ਰਹਮ ਗਿਆਨੀ ਸੰਤ ਸੰਤੋਖ ਸਿੰਘ ਜੀ ਮਹਾਰਾਜ ਨੇ ਜੀਵਨ ਦੇ 45 ਸਾਲ ਤਪ ਕੀਤਾ। ਉਸ ਸਾਧਨਾ ਦੇ ਵਿੱਚੋਂ ਉਹਨਾਂ ਨੂੰ ਭਾਈ ਇਹ ਰੱਬ ਦੇ ਵੱਲੋਂ ਅਕਾਲ ਪੁਰਖ ਦੇ ਘਰੋਂ ਭਾਈ ਜਿਹੜਾ ਇਲਹਾਮ ਹੋਇਆ, ਤੇ ਉਹਨਾਂ ਨੇ ਮਾਨੋ ਕਿ ਇਹ ਜੁਗਤ ਰੂਪੀ ਦੀਵੇ ਦਾ ਪ੍ਰਕਾਸ਼ ਕੀਤਾ ਤੇ ਸੰਸਾਰ ਦੇ ਸਾਹਮਣੇ ਇਸ ਭੇਦ ਨੂੰ ਖੋਲਿਆ। ਭਾਈ ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ। ਇੱਕ ਭੱਟਾਂ ਦੀ ਬਾਣੀ ਵਿੱਚ ਹੀ ਬਚਨ ਹੈ, ਸਾਹਿਬ ਕਹਿੰਦੇ ਨੇ ਭਾਈ ਕਿ ਗੁਰ ਜਹਾਜ ਖੇਵਟ ਗੁਰੂ, ਗੁਰ ਬਿਨ ਤਰਿਆ ਨਾ ਕੋਏ। ਗੁਰ ਜਹਾਜ ਏ ਤੇ ਇਸ ਜਹਾਜ ਤੇ ਬਹਾਉਣ ਵਾਲਾ ਗੁਰੂ ਗ੍ਰੰਥ ਸਾਹਿਬ ਹੈ। ਤੇ ਮੈਂ ਪਿਆਰ ਨਾਲ ਕਹਾਂ ਭਾਈ, ਇਸ ਗੁਰ ਦੀ ਸਾਂਝ ਪਾਉਣ ਵਾਲੇ ਸੰਤ ਸੰਤੋਖ ਸਿੰਘ ਜੀ ਮਹਾਰਾਜ, ਜਿਨ੍ਹਾਂ ਨੇ ਭਾਈ ਇੱਕ ਓੰਕਾਰ ਦੀ ਆਰਾਧਨਾ ਆਪ ਕੀਤੀ, ਪਹਿਲਾਂ ਆਪ ਜਪਿਆ, ਉਹ ਸੁਪਰੀਮ ਪਾਵਰ ਨੂੰ ਭਾਈ, ਉਹਦੀ ਤਾਕਤ ਨੂੰ ਪਹਿਚਾਨਿਆ, ਤੇ ਆਪ ਜਪਣ ਤੋਂ ਬਾਅਦ ਭਾਈ ਇਹਨੂੰ ਜਪਣ ਦੀ ਪ੍ਰੇਰਣਾ ਦਿੱਤੀ। ਫਿਰ ਬੇਨਤੀ ਸੁਣਿਆ ਜੇ। ਵੇਖੋ, ਸਤਿਪੁਰਸ਼ਾਂ ਨੇ ਇਹਦੇ ਲਈ ਅਸਥਾਨ ਬਣਾਇਆ ਜਿਹੜਾ ਬਿਲਕੁਲ ਆਪ ਸਾਹਮਣੇ ਹਰਮੰਦਰ ਸਾਹਿਬ ਤੱਕਦੇ ਹੋ। ਇਹ ਸਭ ਤੋਂ ਪਹਿਲਾਂ ਇੱਕ ਕਮਰਾ ਸੀ, ਕਮਰੇ ਦੇ ਅੰਦਰ ਮਹਾਂਪੁਰਸ਼ਾਂ ਨੇ ਇੱਥੇ ਇੱਕ ਓੰਕਾਰ ਦਾ ਪ੍ਰਕਾਸ਼ ਕਰਾਇਆ। ਇਹਦੇ ਨਾਲ ਵੀ ਇੱਕ ਘਟਨਾ ਸੰਬੰਧਿਤ ਹੈ, ਮੈਂ ਕਹਿਣ ਦਾ ਯਤਨ ਕਰਾਂ। ਸਾਧ ਸੰਗਤ, ਜਦੋਂ ਸਤਿਪੁਰਸ਼ਾਂ ਨੇ ਇੱਕ ਓੰਕਾਰ ਜੋ ਉਹਨਾਂ ਨੂੰ ਆਪਣੀ ਸੁਰਤੀ ਦੇ ਰੂਪ ਵਿੱਚ ਜਿਹੜਾ ਸਵਰੂਪ ਨਜ਼ਰ ਆਇਆ, ਮੁਸਲਮਾਨ ਕਾਰੀਗਰ ਆਇਆ, ਉਸੇ ਜੋ ਸੁਰਤ ਦੇ ਵਿੱਚ ਜਿਹੜਾ ਸਵਰੂਪ ਨਜ਼ਰ ਆਇਆ ਨਾ, ਜਿੰਨੀ ਚੌੜਾਈ ਜਿੰਨੀ ਲੰਬਾਈ, ਤਕਰੀਬਨ 2.5 ਫੁੱਟ ਇਹਦੀ ਸਾਧ ਸੰਗਤ ਲੰਬਾਈ ਹੈ, ਜੋ ਸਭ ਤੋਂ ਪਹਿਲਾਂ ਉਸ ਮੁਸਲਮਾਨ ਕਾਰੀਗਰ ਨੇ ਲੱਕੜ ਦੇ ਨਾਲ ਇਹਨੂੰ ਤਰਾਸ਼ਿਆ, ਭਾਵ ਲੱਕੜ ਦੇ ਆਕਾਰ ਵਿੱਚ ਇਹ ਆਕਾਰ ਬਣਾਇਆ। ਤੇ ਉਹਨੇ ਜਦੋਂ ਤਿਆਰ ਕੀਤਾ ਨਾ,
ਤੇ ਉਹਨੇ ਹੱਥ ਜੋੜ ਕੇ ਤਰਲਾ ਲਿਆ, ਐ ਸਾਧੂ ਪੁਰਸ਼ੋ, ਮੇਰੇ ਘਰ ਗਰੀਬੀ ਬੜੀ ਏ, ਤੇ ਜਿਵੇਂ ਤੁਸੀਂ ਕਿਹਾ ਉਸੇ ਤਰ੍ਹਾਂ ਮੈਂ ਆਕਾਰ ਵਿੱਚ, ਸ਼ੇਪ ਵਿੱਚ ਇਹ ਸਵਰੂਪ ਤਿਆਰ ਕੀਤਾ ਏ। ਤੇ ਜੇਕਰ ਆਪ ਮੇਰੇ ਤੋਂ ਪੁੱਛਦੇ ਹੋ ਨਾ ਤੁਹਾਡੀ ਮਿਹਨਤ ਮਜ਼ਦੂਰੀ ਕੀ ਏ, ਤੇ ਮੈਂ ਤਰਲਾ ਲੈਣਾ ਵਾਂ, ਮੇਰੇ ਜੀਵਨ ਦੀ ਖਵਾਇਸ਼ ਹੈ। ਹਰ ਮੁਸਲਮਾਨ ਚਾਹੁੰਦਾ ਹੈ ਕਿ ਮੈਂ ਹਜ ਦੀ ਯਾਤਰਾ ਕਰਾਂ, ਪਰ ਗਰੀਬੀ ਬੜੀ ਏ, ਆਪ ਮੇਰੀ ਇੱਛਾ ਨੂੰ ਭਾਗ ਲਾਓ। ਸਤਿਪੁਰਸ਼ਾਂ ਨੇ ਕਿਹਾ ਕੋਈ ਗੱਲ ਨਹੀਂ ਭਾਈ, ਚੌਂਕੜਾ ਲਾ, ਨੇਤਰ ਬੰਦ ਕਰ, ਸੁਰਤ ਜੋੜ ਅਕਾਲ ਪੁਰਖ ਨਾਲ। ਸਾਧ ਸੰਗਤ ਦੇ ਸਾਚੇ ਜਿਸ ਦਿਨ ਇੱਕ ਓੰਕਾਰ, ਜੋ ਮਹਾਂਪੁਰਸ਼ਾਂ ਨੇ ਸੁਰਤ ਵਿੱਚ ਜਿਸ ਰੂਪ ਨੂੰ ਤੱਕਿਆ, ਕਾਰੀਗਰ ਨੇ ਉਸ ਸਵਰੂਪ ਨੂੰ ਬਣਾਇਆ, ਤੇ ਉਹਦੇ ਮਨ ਦੀ ਇੱਛਾ ਕਿ ਮੈਨੂੰ ਹਜ ਕਰਾਈ ਜਾਏ, ਮੱਕੇ ਲਿਜਾਇਆ ਜਾਏ। ਸੁਰਤ ਕਰਕੇ ਜਦੋਂ ਚੌਂਕੜਾ ਮਾਰ ਕੇ ਬੈਠਾ, ਕੁਝ ਸਮੇਂ ਬਾਅਦ ਸਾਰਿਆਂ ਨੂੰ ਹੈਰਾਨ ਕਰਨ ਵਾਲਾ ਕੋਤਕ ਖੋ ਗੁਜ਼ਰਿਆ। ਕੀ ਤੱਕਦਾ, ਜਿਵੇਂ ਇੱਕ ਮੁਸਲਮਾਨ ਮੱਕੇ ਪਹੁੰਚ ਕੇ ਸਿਰ ਝੁਕਾਉਂਦਾ ਹੈ ਨਾ, ਇਸਰਾਣੇ ਦੀ ਧਰਤੀ ਤੇ ਬੈਠਾ ਹੋਇਆ ਉਹ ਗਰੀਬ ਮੁਸਲਮਾਨ ਕਾਰੀਗਰ ਸੁਪਨੇ ਦੇ ਵਿੱਚ ਮੱਕਾ ਤੱਕਦਾ ਹੈ, ਤੇ ਬੜੇ ਪਿਆਰ ਦੇ ਨਾਲ ਸਿਰ ਝੁਕਾਉਂਦਾ ਹੈ, ਸਿਜਦਾ ਕਰਦਾ ਹੈ, ਤੇ ਖੁਸ਼ੀ ਵਿੱਚ ਝੂਮ ਉੱਠਿਆ। ਮਹਾਂਪੁਰਸ਼ਾਂ ਦੇ ਚਰਨਾਂ ਵੱਲ ਵਧਿਆ ਕਿ ਮੈਂ ਸਤਿਪੁਰਸ਼ਾਂ ਦੇ ਪੈਰੀ ਹੱਥ ਲਾਵਾਂ। ਸੰਗਤ ਨੇ ਰੋਕ ਲਿਆ, ਬੜੇ ਚਾਵਾਂ ਦੇ ਨਾਲ ਕਹਿੰਦਾ, ਸਤਿਪੁਰਸ਼ੋ, ਜਿਹੜੀ ਬੜੀ ਦੂਰੀ ਤੇ ਜਾ ਕੇ ਦਰਸ਼ਨ ਕਰਨੇ ਸਨ, ਅੱਜ ਬੈਠਿਆਂ ਤੁਸੀਂ ਮੈਨੂੰ ਦਰਸ਼ਨ ਕਰਾ ਦਿੱਤੇ। ਸਾਧ ਸੰਗਤ, ਇੱਕ ਮੈਂ ਬੇਨਤੀ ਹੋਰ ਕਰਾਂ, ਵੇਖੋ ਗੁਰ ਅਤੇ ਗੁਰੂ, ਅੱਜ ਵੀ ਜਦੋਂ ਚਾਰ ਸਮਾਗਮ, ਜਿਹੜਾ ਅੱਜ ਦਾ ਸਮਾਗਮ ਹੈ, ਜਦੋਂ ਦੀਵਾਨ ਤੋਂ ਸਮਾਪਤੀ ਵੇਲੇ ਮਹਾਂਪੁਰਸ਼ਾਂ ਵੱਲੋਂ ਗੁਰ ਦੇ ਨਾਲ ਜੋੜਿਆ ਜਾਣਾ ਹੈ ਨਾ, ਖਾਲਸਾ ਭਜਨ ਸਿੰਘ ਜੀ ਇਹ ਮੁਹਾਰਨੀ ਦੁਹਰਾਉਂਦੇ ਨੇ, ਗੁਰੂ ਗੁਰੂ ਗ੍ਰੰਥ ਸਾਹਿਬ, ਗੁਰ ਗੁਰ ਇੱਕ ਓੰਕਾਰ। ਫਿਰ ਧਿਆਨ ਨਾਲ ਸੁਣਿਆ ਜੇ, ਗੁਰ ਉਹ ਸੁਪਰੀਮ ਪਾਵਰ ਹੈ, ਜਿਹਦੇ ਪ੍ਰਥਾਏ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਹਿੰਦੀ ਹੈ ਭਾਈ, ਇਹ ਉਹ ਸੁਪਰੀਮ ਪਾਵਰ ਹੈ ਜਿਹਦੇ ਕਰਕੇ ਸਾਰੀ ਸ੍ਰਿਸ਼ਟੀ ਹੋਂਦ ਵਿੱਚ ਆਈ ਹੈ। ਸੰਖੇਪ ਮਾਤਰ ਮੈਂ ਬੇਨਤੀ ਕਰਦਿਆਂ, ਓੰਕਾਰ ਬ੍ਰਹਮਾ ਉਤਪਤ, ਓੰਕਾਰ ਕੀਆ ਜਿਨ ਚਿਤ। ਗੁਰੂ ਗ੍ਰੰਥ ਸਾਹਿਬ ਨੇ ਬਚਨ ਕੀਤੇ, ਓੰਕਾਰ ਉਤਪਾਤੀ ਕੀਆ ਦਿਨਸ ਸਭ ਰਾਤੀ, ਵਣ ਤਿਨ ਤ੍ਰਿਭਵਨ ਪਾਣੀ, ਚਾਰ ਵੇਦ ਚਾਰੇ ਖਾਣੀ, ਖੰਡ ਦੀਪ ਸਭ ਲੋਆ, ਏਕ ਕਵਾਵੇ ਤੇ ਸਭ ਖੋਆ। ਸਾਰਾ ਕੁੱਲ ਇਲਹਾਮ, ਜਿਹੜੀ ਕੁੱਲ ਰਚਨਾ ਹੈ, ਗੁਰੂ ਨਾਨਕ ਸਾਹਿਬ ਕਹਿੰਦੇ ਨੇ, ਜਲ ਥਲ ਮਹੀਲ ਪੂਰਿਆ, ਸਵਾਮੀ ਸਿਰਜਣਹਾਰ, ਅਨਕ ਭਾਂਤ ਖੋਏ ਪਸਰਿਆ ਨਾਨਕ, ਏਕ ਓੰਕਾਰ। ਫਿਰ ਧਿਆਨ ਨਾਲ ਸੁਣਿਆ ਜੇ ਸਾਧ ਸੰਗਤ, ਭਾਈ ਗੁਰਦਾਸ ਹੋਰਾਂ ਨੇ ਜ਼ਿਕਰ ਕੀਤਾ ਹੈ, ਜੈਸੇ ਏਕ ਬਿਰਖ, ਕਹਿਣ ਲੱਗੇ ਭਾਈ ਜਿਵੇਂ ਇੱਕ ਬਿਰਖ ਦਾ ਬੀਜ ਨਾ ਕੁਝ ਸਮੇਂ ਦੇ ਅੰਦਰ ਵੱਡੇ ਰੁੱਖ ਦਾ ਆਕਾਰ ਲੈਂਦਾ ਹੈ, ਜੈਸੇ ਬੀਜ ਬੋਏ ਖੋਤ ਬਿਰਖ ਬਿਥਾਰ ਗੁਰ, ਗੁਰ ਸ਼ਬਦ ਵਰਤਿਆ ਹੈ, ਪੂਰਨ ਬ੍ਰਹਮ ਨਿਰੰਕਾਰ ਏਕ ਓੰਕਾਰ ਹੈ। ਇਹ ਸੁਪਰੀਮ ਪਾਵਰ ਹੈ ਜਿਹਦੇ ਨਾਲ ਮਹਾਂਪੁਰਸ਼ਾਂ ਨੇ ਜੋੜਿਆ। ਤੇ ਸਾਧ ਸੰਗਤ, ਮੈਂ ਇਤਿਹਾਸ ਦੇ ਵਿੱਚੋਂ ਵੀ ਘਟਨਾ ਕਹਿ ਕੇ ਸਮਾਪਤੀ ਵੱਲ ਵਧਣ ਦਾ ਯਤਨ ਕਰਾਂ। ਬੜੇ ਧਿਆਨ ਨਾਲ ਬੇਨਤੀ ਨੂੰ ਸੁਣਿਆ ਜੇ, ਕਲਗੀਧਰ ਪਾਤਸ਼ਾਹ ਘੋੜੇ ਤੇ ਚੜਨ ਲੱਗੇ ਨੇ, ਤੇ ਆਪਣੇ ਸਿੱਖਾਂ ਨੂੰ ਹੁਕਮ ਕਰਦੇ ਨੇ, ਕੋਈ ਖੈਰ ਸਿੰਘ ਜਿਹੜਾ ਭਾਈ ਸੰਪੂਰਨ ਗੁਰੂ ਗ੍ਰੰਥ ਸਾਹਿਬ ਦਾ ਸਾਨੂੰ ਪਾਠ ਸਰਵਣ ਕਰਾਏ। ਧੰਨਾ ਸਿੰਘ ਬੋਲ ਉੱਠਿਆ, ਕਹਿੰਦਾ ਦਾਤਾ ਤੂੰ ਗੁਰੂ ਹੈ, ਗੁਰੂ ਦੇ ਨਾਲ ਸਾਡਾ ਟੀਚਰ ਵੀ ਹੈ, ਤੇ ਜਿਹੜਾ ਗੁਰੂ ਟੀਚਰ ਹੋਵੇ ਉਹਦਾ ਹੱਕ ਬਣਦਾ ਹੈ ਜਦੋਂ ਮਰਜੀ ਆਪਣੇ ਸ਼ਾਗਿਰਦ ਤੋਂ ਸਵਾਲ ਪੁੱਛ ਸਕਦਾ ਹੈ, ਕੁਐਸਚਨ ਪੁੱਟ ਅਪ ਕਰ ਸਕਦਾ ਹੈ। ਤੇ ਵੀ ਦਾਤਾ ਸਾਚੇ, ਕਦੀ ਵੀ ਗੁਰੂ ਐਸਾ ਸਵਾਲ ਨਹੀਂ ਕਰੇਗਾ ਜਿਹੜਾ ਉਸ ਸ਼ਿਸ਼ ਨੂੰ ਆਉਂਦਾ ਨਾ ਹੋਏ। ਇਹਦਾ ਆਨਸਰ ਹੈ। ਤੇ ਦਾਤਾ ਮੈਂ ਕਹਿਣ ਲੱਗਾ, ਪਰ ਇੱਕ ਕਿਰਪਾ ਕਰੇ, ਮੇਰਾ ਹੰਕਾਰ ਨਾ ਬਣੇ, ਮਾਣ ਨਾ ਬਣੇ ਕਿ ਧੰਨਾ ਸਿੰਘ ਹੀ ਜਵਾਬ ਦਿੰਦਾ ਪਿਆ ਏ। ਮੇਰ ਭਰਿਆ ਖਤ ਤੂੰ ਰੱਖ, ਜਿਉਂ ਬੁਲਾਵੇ ਤਿਉਂ ਬੋਲੇ, ਸਵਾਮੀ ਖੇਡ ਵਰਤਾ। ਧੰਨਾ ਸਿੰਘ ਜਵਾਬ ਦੇਵੇਗਾ, ਕਹਿੰਦੇ ਭਾਈ ਠੀਕ ਹੈ, ਧੰਨਾ ਸਿੰਘ ਗੁਰੂ ਨਾਨਕ ਮਿਹਰ ਕਰੇਗਾ, ਗੁਰੂ ਨਾਨਕ ਤਰਸ ਕਰੇਗਾ, ਗੁਰੂ ਨਾਨਕ ਬਖਸ਼ਿਸ਼ ਕਰੇਗਾ। ਤੇ ਜਦੋਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਘੋੜੇ ਤੇ ਚੜਨ ਲੱਗਦੇ ਨੇ ਤੇ ਆਪਣੀ ਢਾਪ ਵਿੱਚ ਪੈਰ ਪਾਉਂਦੇ ਨੇ,
ਧੰਨਾ ਸਿੰਘ ਨੇ ਬੜੇ ਪਿਆਰ ਵਿੱਚ ਵਜਦ ਵਿੱਚ ਆ ਕੇ ਬੋਲ ਕੇ ਇੱਕ ਓੰਕਾਰ ਸਤਿਗੁਰ ਪ੍ਰਸਾਦ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੁਣ ਜਿਹੜੇ ਅਕਲ ਲਤੀਫ ਜਿਨ੍ਹਾਂ ਨੂੰ ਆਪਣੀ ਬੁੱਧੀ ਤੇ ਹੰਕਾਰ ਸੀ ਉਹ ਬੋਲ ਉੱਠੇ, ਕਹਿੰਦੇ ਸਤਿਗੁਰੂ ਇਹ ਕੀ 48 ਘੰਟੇ ਲੱਗਦੇ ਨੇ ਸ੍ਰੀ ਅਖੰਡ ਪਾਠ ਤੇ ਇਹ ਇੱਕ ਸਕਿੰਟ ਦੇ ਵਿੱਚ ਇੱਕ ਓੰਕਾਰ ਮੂਲ ਮੰਤਰ ਕਹਿੰਦਾ ਤੇ ਪਾਠ ਹੋ ਗਿਆ। ਗੁਰੂ ਗੋਬਿੰਦ ਸਿੰਘ ਬਾਪੂ ਨੇ ਕਿਹਾ ਭਾਈ ਜੋ ਧੰਨਾ ਸਿੰਘ ਨੇ ਉਚਾਰਨ ਕੀਤਾ ਸੱਚ ਖੈ, ਸਾਰ ਤਤ ਭਾਵ ਇੰਨਾ ਕੋਈ ਖੈ। ਗੁਰੂ ਗ੍ਰੰਥ ਸਾਹਿਬ ਅੰਦਰ ਮੂਲ ਮੰਤਰ ਇੱਕ ਓੰਕਾਰ ਦੀ ਵਿਆਖਿਆ ਖੈ ਤੇ ਭਾਈ ਅਸਲ ਵਿੱਚ ਤਤ ਭਾਵ ਇਹ ਹੀ ਖੈ, ਬਾਕੀ ਸਾਰੀ ਬਾਣੀ ਭਾਈ ਇੱਕ ਓੰਕਾਰ ਦੀ ਵਡਿਆਈ ਹੈ। ਇਹ 10ਵੇਂ ਪਿਤਾ ਦੇ ਬੋਲ ਨੇ ਤੇ ਬ੍ਰਹਮ ਗਿਆਨੀ ਸੰਤ ਸੰਤੋਖ ਸਿੰਘ ਹੋਰਾਂ ਨੇ ਇਹਨੂੰ ਪ੍ਰਗਟ ਕੀਤਾ ਹੈ। ਤੇ ਇੱਥੇ ਸਾਧ ਸੰਗਤ ਤੇ ਮੈਂ ਬੇਨਤੀ ਜ਼ਰੂਰ ਕਰਾਂ, ਕਈਆਂ ਦੇ ਮਨ ਦਾ ਸ਼ਾਇਦ ਇਹ ਬਲਬਲਾ ਬਣਦਾ ਹੈ ਜੀ ਵਾਹਿਗੁਰੂ ਗੁਰ ਮੰਤਰ ਖੈ ਉਹਦਾ ਜਾਪ ਵੀ ਕਰਨਾ ਤੇ ਨਾਲ ਇੱਕ ਓੰਕਾਰ ਇਹ ਵੱਖਰਾ ਰਾਗ, ਇਹਦੀ ਆਰਾਧਨਾ ਦਾ ਜ਼ਿਕਰ ਕਿੱਥੇ ਵੇ, ਇਹਨੂੰ ਜਪਣ ਦਾ ਉਪਦੇਸ਼ ਕਿੱਥੇ ਵੇ। ਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਹੀ ਭਾਈ ਮੈਂ ਆਪ ਜੀ ਦੇ ਸਮਕਸ਼ ਬੇਨਤੀ ਕਰਦਿਆਂ ਮੈਂ ਤਕਰੀਬਨ 5-7 ਮਿੰਟ ਵਿੱਚ ਸਮਾਪਤੀ ਕਰਨੀ ਹੈ। ਸਾਧ ਸੰਗਤ ਗੁਰੂ ਗ੍ਰੰਥ ਸਾਹਿਬ ਵਿੱਚ ਆਓ ਪੜੋ, ਜ਼ਿਕਰ ਆਇਆ ਹੈ। ਗੁਰੂ ਨਾਨਕ ਸਾਹਿਬ ਦਾ ਬਚਨ ਹੈ, ਇਹ ਮਨ ਮੇਰਿਆ ਛੋੜ ਆਲ ਜੰਜਾਲਾ ਰਾਮ, ਇਹ ਮਨ ਮੇਰਿਆ ਖਰ ਸੇਵੋ ਪੁਰਖ ਨਿਰਾਲਾ ਰਾਮ। ਅਗਲਾ ਬਚਨ ਹੈ ਖਰ ਸਿਮਰ ਏਕੰਕਾਰ ਸਾਚਾ, ਸਭ ਜਗਤ ਜਿਨ ਉਪਾਇਆ। ਭਾਈ ਉਹਨੂੰ ਸਿਮਰਨਾ ਕਰੋ ਇੱਕ ਓੰਕਾਰ ਨੂੰ। ਗੁਰੂ ਗ੍ਰੰਥ ਸਾਹਿਬ ਵਿੱਚ ਬਚਨ ਆਇਆ ਆਰਾਧ ਏਕੰਕਾਰ ਸਾਚਾ, ਨਿਤ ਦੇ ਚੜ੍ਹੈ ਸਵਾਇਆ। ਕਲਗੀਧਰ ਬਾਪੂ 10ਵੇਂ ਦੀ ਬਾਣੀ ਵਿੱਚ ਜ਼ਿਕਰ ਕਰਦਾ ਹੈ ਕਿ ਜੋ ਚਾਹੇ ਦੇਹ ਉਧਾਰ ਸੋ ਭਜਨ ਏਕੰਕਾਰ, ਇੱਕ ਓੰਕਾਰ ਦੀ ਆਰਾਧਨਾ। ਤੇ ਸਾਧ ਸੰਗਤ ਤੇ ਮਹਾਂਪੁਰਸ਼ਾਂ ਦਾ ਤਰਸ ਸੀ ਇਹਦੇ ਨਾਲ ਜੋੜਿਆ। ਅੱਜ ਵੀ ਜਦੋਂ ਸਾਧ ਸੰਗਤ ਕਿਤੇ ਵੱਡਾ ਸਮਾਗਮ ਹੁੰਦਾ ਹੈ ਨਾ, ਇਹ ਜਿਹੜੀ ਅੱਜ ਵੀ ਹਰਿਮੰਦਰ ਸਾਹਿਬ ਵਿਖੇ ਜੋ ਸ਼੍ਰੀ ਅਖੰਡ ਜਾਪ ਆਰੰਭ ਹੁੰਦਾ ਹੈ, ਬੜੇ ਧਿਆਨ ਨਾਲ ਸੁਣਿਆ ਜੇ। ਮਹਾਂਪੁਰਸ਼ ਅਕਸਰ ਜਦੋਂ ਦਿੱਲੀ ਜਾਂਦੇ ਸਨ ਨਾ, ਦਿੱਲੀ ਦੀਆਂ ਸੰਗਤਾਂ ਨੂੰ ਹੁਕਮ ਸੀ ਭਾਈ ਤੁਸੀਂ ਅਖੰਡ ਜਾਪ ਕਰਿਆ ਕਰੋ। ਤੇ ਕਈ ਸੰਗਤ ਭਾਈ, ਕਈਆਂ ਬੀਬੀਆਂ, ਕਈਆਂ ਸੰਗਤਾਂ ਦੇ ਘਰ ਇਹ ਲੜੀ ਆਰੰਭ ਹੋਈ। ਇਸੇ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਪਾਠ ਵੀ ਤੇ ਜਿਹੜੀ ਅੱਜ ਮਰਿਆਦਾ ਕਾਇਮ ਹੈ ਹਰਿਮੰਦਰ ਸਾਹਿਬ ਵਿਖੇ 48 ਘੰਟੇ ਦਾ ਸ੍ਰੀ ਅਖੰਡ ਪਾਠ ਸਾਹਿਬ ਦਾ ਜੋ ਜਾਪ ਹੁੰਦਾ ਹੈ ਉਹ ਅੱਜ ਵੀ ਨਿਰੰਤਰ ਜਾਰੀ ਹੈ। ਇਹਦਾ ਭਾਈ ਹੁਕਮ ਵੱਡੇ ਮਹਾਂਪੁਰਸ਼ਾਂ ਵੱਲੋਂ ਕੀਤਾ ਗਿਆ ਹੈ। ਦੋ ਬੇਨਤੀਆਂ ਕਹਿ ਕੇ ਸਾਧ ਸੰਗਤ ਮੈਂ ਸਮਾਪਤੀ ਵੱਲ ਵਧਾਂ। ਵੇਖੋ ਮਹਾਂਪੁਰਸ਼ਾਂ ਨੇ ਜਦੋਂ ਸਥਾਨ ਦਾ ਨਾਂ ਰੱਖਿਆ ਉਦੋਂ ਸਰੀਰ ਵੱਲ ਨਹੀਂ ਪ੍ਰੇਰਨਾ ਕੀਤੀ, ਭਾਵ ਆਪਣੇ ਨਾਂ ਵੱਲ ਨਹੀਂ ਖਿਆਲ ਕੀਤਾ। ਇਹਦਾ ਨਾਂ ਕੀ ਖਾਲਸਾ ਪ੍ਰਚਾਰ ਇਸਰਾਣਾ ਸਾਹਿਬ ਰੱਖਿਆ। ਤੇ ਇੱਕ ਮੈਂ ਜਗਿਆਸੂ ਕੋਲੋਂ ਸੁਣਿਆ ਸੀ ਭਾਈ ਜਿਨੇ ਵਾਕਈ ਕਮਾਈ ਕੀਤੀ ਕਿ ਇਹ ਭਾਈ ਅਸਲ ਵਿੱਚ ਇਸ ਅਸਥਾਨ ਦਾ ਲਿੰਕ ਹੈ ਖਾਲਸੇ ਦੇ ਨਾਲ। ਜੋ ਕਲਗੀਧਰ ਨੇ ਸੁਪਨਾ ਲਿਆ ਸੀ ਨਾ ਭਾਈ, ਜਿਹੜਾ ਖਾਲਸ ਹੋਵੇਗਾ, ਜਿਹੜਾ ਨਿਰੰਕਾਰ ਨਾਲ ਓਤ ਪੋਤ ਹੋਵੇਗਾ ਤੇ ਜਿਹੜਾ ਖਾਲਸੇ ਦਾ ਨਿਸ਼ਾਨ ਹੋਵੇਗਾ, ਉਹ ਕੇਸਰੀ ਨਿਸ਼ਾਨ ਅੱਜ ਵੀ ਇੱਥੋਂ ਭਾਈ ਪ੍ਰਚਾਰ ਕੀਤਾ ਜਾਂਦਾ ਹੈ। ਤੇ ਅੱਜ ਵੀ ਭਾਈ ਇਸੇ ਤਰ੍ਹਾਂ ਖਾਲਸੇ ਦੇ ਲਈ ਕਿਵੇਂ ਨਿਤਨੇਮੀ ਜੀਵਨ, ਕਿਵੇਂ ਪਰਮਾਤਮਾ ਦੀ ਆਰਾਧਨਾ, ਤੇ ਇਸੇ ਤਰ੍ਹਾਂ ਸਾਧ ਸੰਗਤ ਇੱਥੇ ਜੋ ਸੇਵਾ ਨਿਭਾ ਰਹੇ ਨੇ, ਕਦੇ ਨਹੀਂ ਕਿਹਾ ਕਿ ਅਸੀਂ ਗੱਦੀ ਦੇ ਮਾਲਕ ਆ, ਨਹੀਂ, ਹਮੇਸ਼ਾ ਬਚਨ ਕਹਿੰਦੇ ਨੇ। ਸੰਤ ਰਾਜਿੰਦਰ ਸਿੰਘ ਜੀ ਖਾਲਸਾ ਜਿਹੜੇ ਮੁੱਖ ਸੇਵਾਦਾਰ ਨੇ ਇਸ ਅਸਥਾਨ ਤੇ, ਹਮੇਸ਼ਾ ਭਾਈ ਸੇਵਾਦਾਰ ਦੀ ਭਾਵਨਾ ਲੈ ਕੇ ਅਸਥਾਨ ਦੀ ਸੇਵਾ ਨਿਭਾਉਂਦੇ ਪਏ ਨੇ। ਤੇ ਮੈਂ ਇੱਕ ਬੇਨਤੀ ਕਵਾਂ ਸਾਧ ਸੰਗਤ, ਮਹਾਂਪੁਰਸ਼ਾਂ ਦੇ ਜੀਵਨ ਦੇ 2-3 ਕੋਤਕ ਮੈਂ ਕਹਿਣ ਦਾ ਯਤਨ ਕਰਾਂ ਤੇ ਸਮਾਪਤੀ ਵੱਲ ਵਧਾਂ, ਕਿਉਂਕਿ ਖਾਲਸਾ ਜਗਪ੍ਰੀਤ ਸਿੰਘ ਜੀ ਆਏ ਨੇ, ਇਹਨਾਂ ਕੀਰਤਨ ਸੁਣਾਉਣਾ ਹੈ। ਤੇ ਕਿਉਂਕਿ ਵੱਡੇ ਮਹਾਂਪੁਰਸ਼ਾਂ ਦੀ ਜੀਵਨ ਲੀਲਾ ਦੀ ਬਾਤ ਚੱਲ ਰਹੀ, ਤੇ ਮੈਂ ਚਾਹੁੰਦਾ ਜ਼ਰੂਰ ਇਹ ਸੁਣ ਕੇ ਸਾਡੀ ਵੀ ਭਾਵਨਾ ਬਣੇ, ਜੋ ਮਹਾਂਪੁਰਸ਼ਾਂ ਨੇ ਪਰਉਪਕਾਰ ਕੀਤਾ ਸੀ ਉਸ ਨੂੰ ਕਿਤੇ ਜੀਵਨ ਵਿੱਚ ਅਪਣਾ ਸਕੀਏ। ਸਾਧ ਸੰਗਤ ਬੜੇ ਧਿਆਨ ਨਾਲ ਸੁਣਿਆ ਜੇ। ਆਸਟ੍ਰੇਲੀਆ ਦੀ ਧਰਤੀ ਤੇ ਇੱਕ ਸੱਜਣ ਰਹਿੰਦਾ ਜਿਹਦਾ ਨਾਂ ਹੈ ਦਲਜੀਤ ਬਰਾੜ।
दवाई बनाउण दी फैक्ट्री विच काम करदा है। अचनचेत एक वारी वो गैस अखां विच पैंदी है ते अखां दी रोशनी चली जाती है। साइंस डॉक्टर कहंदे ने भाई अखां दा पर्दा जल गया है, अज तो बाद ये वेख नहीं सकदा। ये वापस अपने इंडिया आया, बंबे रहिंदा सी। इत्थे सरदार गुरशरण सिंह जो महापुरुषां दा संगी सी, जिन्हें संगत कीती सी, उन्हें कहा आ भाई मैं तेनू सराणे लैके चला। इस सराणे लैके आया, इहदी माता नाल आई ते महापुरुष इत्थे जिहड़ा दरखत सी, अंब दा दरखत सी, थल्ले बैठे। उदों अक्सर महापुरुष केवल बुधवार बाहर निकलते सन, में गल रह ना जाए। इस स्थान ते वड्डे महापुरुषां ने एक भोरा साहिब बनवाया, 6 फुट डूंगा, 2.5 फुट चौड़ा, जिथे अज भी मौजूद है, जिथे महापुरुष सारा हफ्ता बह के बंदगी करते सन। केवल बुधवार बाहर आउंदे सन। बुधवार वो सज्जन आए ते जदों आके उन्हां तरला लिया, सतपुरुषो अखां दी रोशनी चली गई। कहंदे ने सज्जना ऐनक ला दे, एक ओंकार जप ते बड़े प्यार दे नाल के जाके खूह तो छट्टा मार, गुरु ग्रंथ साहिब अगे अरदास कर, एक ओंकार भली करेगा। हैरानी दी बात, जदों खूह वल वधिया है, थोड़ी जी किरण रोशनी वाली शुरू देगी, अखां विच रोशनी दी किरण आई, उस रोशनी दी किरण दे नाल खूह वल वधिया है। ते जदों खूह तो अगे गुरु ग्रंथ साहिब वल आया, गुरु महाराज दे चरनां विच आके तरला लैन लगा है, ते साध संगत इहनूं सारा कुछ सुनना, सारा कुछ विखना दिखाई देन लगा। ते हैरानी दी बात यह वे साध संगत 7 दिनां दे दरम्यान इस सज्जन नूं पूरी चढ़ती कला दे नाल सारा कुछ विखाई देन लग पिया। यही नहीं, एक बीबी सुंदर कौर आई, घर विच औलाद नहीं। महापुरुषां ने कहा बच्चियां दी सेवा करया कर, इत्थे सेवा कर दी है। एक दिन गुर दी हाजरी भरी जा रही है, इस दरखत दे अंब दे, आप समझो साध संगत, अंब दे पेडे लगे खोए ने, भाव अंब दे साध संगत जदों इहदी झोली दे विच आके 7 अंब इहदी झोली विच पए ना, वड्डे महापुरुषां तकिया, कहंदे धीए जाके शक लै, गुरु नानक एक ओंकार मेहर करेगा, इहदे घर विच 7 बच्चियां ने जन्म लिया। एक बेनती खोर कह के मैं समाप्ति करा, इशारा हो गया है। साध संगत एक बीबी निरंजन कौर, ये दिल्ली की धरती ते रहिंदी सी। ਇਹਦੇ पिता का नाम सी अजीत सिंह। लाहौर तो धी नूं मिलण वास्ते आया है, ते जिद्दन दिल्ली पहुंचे कोई ऐसा दर्द शुरू हो गया, ਇਹਦੀਆਂ ਲੱਤਾਂ ਨੂੰ ਅਧਰੰਗ हो गया, ਤੇ ਇਹਨੇ पिता ਨੂੰ ਦੱਸਿਆ नहीं। पिता पता नहीं मन विच की ख्यालात लाएगा। ਇਹਦੀ एक सतसंगी सी राम प्यारी, ਉਹਨੂੰ ਨਾਲ ਲੈ ਕੇ, ਆਪਣੇ पिता ਨੂੰ ਨਾਲ ਲੈ ਕੇ 4 ਬੰਦਿਆਂ ਨੇ ਚੁੱਕ ਕੇ अजीत सिंह नूं सराणा साहिब लियाए ने। गुर दी हाजरी हुई, बांध विच निरंजन कौर ने चाहया मैं अपने पिता नूं नेड़े लैके जावां, ते हुण चलिया नहीं जांदा। दूरों ही महापुरुषां ने तकिया, आवाज दित्ती है भाई इहनूं फड़ो ना, इहनूं कहो अपने आप चल के साडे कोल आए। अधरंग होया होए, लत्तां विच पैरां लाई होवे ते ओह बंदा चल सकदा है। सतपुरुषां ने कहा भाई अपने आप उठेगा, ते जदों उठन लगा कहंदे ने फिर गिर पिया। महापुरुषां नेत्र बंद कीते, कूक मारी उच्ची दी, ते बड़े जोर नाल एक ओंकार कहा, ते कहा भाई तू भी आख। रसना तू एक ओंकार कहंदा है। वार वार जदों एक ओंकार दी धुनी गूंज उठी, यही बंदा जिहड़ा लत्तां तो चल नहीं सी सकदा, तुर के महापुरुषां कोल आया, ते इहनूं कहा भाई जा इशनान करके गुरु ग्रंथ साहिब नूं मत्था टेक। कहण तो भाव साध संगत उन्हां दी कमाई सी। इस कमाई दे ऐसे नज़ारे सन जिहड़े भाई खिन विच रोग कट देना, दुख कट देना, ते सब तो वड्डी बख्शिश भाई गुर दे नाल जोड़ना। ये वड्डे महापुरुषां दे बेअंत पर उपकार ने। इसे प्रथाए बाणी कहंदी है भाई धन 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 जन आया, जिस प्रसाद सब जगत तराया। जन आवन का यह सवाओ, जन कै संग चित आवे नाओ। आप मुकत मुकत करे संसार,
ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਸਤਿਗੁਰ ਕਿਰਪਾ ਕਰੇ, ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਿਹਰ ਕਰੇ ਭਾਈ, ਜੋ ਵੱਡਿਆਂ ਨੇ ਪੂਰਨੇ ਪਾਏ ਉਹ ਮਰਿਆਦਾ ਅੱਜ ਵੀ ਕਾਇਮ ਹੈ। ਅੱਜ ਵੀ ਭਾਈ ਸ਼ਰਧਾ ਭਾਵਨਾ ਬਣਾ ਕੇ ਜੋ ਕੋਈ ਆਉਂਦਾ ਹੈ ਉਹਨੂੰ ਭਾਈ ਮਨ ਇੱਛਤ ਫਲ ਪ੍ਰਾਪਤ ਹੁੰਦਾ ਹੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਆਪ ਕਹਿੰਦੀ ਹੈ, ਭਾਈ ਸਤ ਪ੍ਰੀਤਮ ਸਾਚਾ ਨਾਮ ਧਿਆਏ, ਦੁਖ ਦਰਦ ਬਿਨਸੈ ਭਵ ਸਾਗਰ, ਗੁਰ ਕੀ ਮੂਰਤ ਹਿਰਦੈ ਬਸਾਏ। ਗੁਰ ਦੀ ਮੂਰਤ ਦਾ ਭਾਈ ਜਿਹੜਾ ਧਿਆਨ ਧਰਦਾ ਹੈ ਉਹਨੂੰ ਭਾਈ ਹਰ ਇੱਛਾ ਉਹਦੀ ਪੂਰਨ ਹੁੰਦੀ ਹੈ। ਸਤਿਗੁਰ ਕਿਰਪਾ ਕਰੇ, ਗੁਰੂ ਗ੍ਰੰਥ ਸਾਹਿਬ ਬਖਸ਼ਿਸ਼ ਕਰਨ। ਆਪ ਸੰਗਤ ਦਾ ਧੰਨਵਾਦ ਜਿਨ੍ਹਾਂ ਨੇ ਬੜੇ ਪਿਆਰ ਸਹਿਤ ਸੁਣਿਆ। ਤੇ ਇਸੇ ਤਰ੍ਹਾਂ ਸਾਧ ਸੰਗਤ ਮੈਂ ਗੁਸਤਾਖੀ ਵੀ ਮਾਫ ਕਰਨਾ ਤੇ ਖਾਲਸਾ ਜਗਪ੍ਰੀਤ ਸਿੰਘ ਹੋਣਾ ਤੋਂ ਮੈਂ ਗੁਸਤਾਖੀ ਮਾਫ ਖਿਮਾ ਮੰਗ ਲਵਾਂ। ਕੁਝ ਸਮਾਂ ਉੱਪਰ ਲੱਗਾ ਹੈ ਕਿਉਂਕਿ ਮਹਾਂਪੁਰਸ਼ਾਂ ਦੀ ਜੀਵਨੀ ਦੀ ਬਾਤ ਚੱਲ ਰਹੀ ਸੀ। ਮੈਂ ਚਾਹੁੰਦਾ ਸਾਂ ਜ਼ਰੂਰ ਇਹ ਸੰਗਤ ਤੱਕ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਕਿਰਪਾ ਸਦਕਾ ਭਾਈ ਜੀਵਨ ਦੇ ਬਾਰੇ ਪਤਾ ਲੱਗੇ, ਜੀਵਨ ਦਾ ਅਸੀਂ ਭਲਾ ਕਰ ਸਕੀਏ। ਗੁਰੂ ਸਾਹਿਬ ਕਿਰਪਾ ਕਰਨ, ਬੇਅੰਤ ਭੁੱਲਾਂ ਚੁੱਕਾਂ ਮਾਫ ਕਰਨੀਆਂ, ਸੰਗਤ ਆਸੀਸ ਬਖਸ਼ਣੀ ਭਾਈ। ਇਸੇ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਦਰ ਘਰ ਦੀ ਸੇਵਾ ਲੈਂਦੇ ਰਹਿਣ। ਇਸ ਕੂਕਰ ਵਫਾਦਾਰੀ ਦੇ ਨਾਲ ਇਸ ਘਰ ਦਾ ਕੂਕਰ ਬਣ ਕੇ ਸੇਵਾ ਨਿਭਾਉਂਦਾ ਰਵੇ। ਆਪ ਸਾਧ ਸੰਗਤ ਆਸੀਸ ਬਖਸ਼ੋ। ਫਤਿਹ ਗਜਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।